आप लिहो तुम कथा सुधारी। सतनाम श्री वाहिगुरु साहिब जीओ। तख्त अकाल बिराजे आन, दरसह सिख गण गुर भगवान। ਪੈਂਦੇ ਖਾਨ ਪਹੁੰਚ ਦਿਨ ਮੇਲੇ, ਸੰਗ ਪਹਰ ਜਾ ਲਿਆਏ ਸੁਹੇਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਸਰਵਣ ਕਰ ਰਹੇ ਸੀ। ਆਓ ਹੁਣ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜ ਜਾਈਏ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਰਮਦਾਸ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਆਏ ਹਨ, ਕਿਉਂਕਿ ਦੀਪਮਾਲਾ ਦਾ ਮੇਲਾ ਨੇੜੇ ਹੈ। ਸਾਰੀਆਂ ਸੰਗਤਾਂ ਦੀਪਮਾਲਾ ਦੀਵਾਲੀ ਅੰਮ੍ਰਿਤਸਰ ਮਨਾਉਣਾ ਚਾਹੁੰਦੀਆਂ ਹਨ। ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ ਜੀ ਅਤੇ ਹੋਰ ਗੁਰੂ ਕੇ ਮਹਾਨ ਸਿੱਖ ਨਾਲ ਆਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੀਵਾਨ ਸਜੇ ਹਨ। ਸੰਗਤਾਂ ਨੇ ਆਪਣੀਆਂ ਪ੍ਰੇਮ ਭੇਟਾਵਾਂ ਗੁਰੂ ਦੇ ਚਰਨਾਂ 'ਚ ਅਰਪਣ ਕੀਤੀਆਂ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਕਥਾ ਕੀਰਤਨ ਨਾਲ ਸੰਗਤਾਂ ਜੁੜੀਆਂ ਨੇ। ਕਿਤੇ ਗੁਰੂ ਕੇ ਲੰਗਰ ਵਰਤ ਰਹੇ ਨੇ, ਕਿਤੇ ਪੱਕ ਰਹੇ ਨੇ, ਕਿਤੇ ਸੰਗਤਾਂ ਛਕ ਰਹੀਆਂ ਨੇ, ਕਿਤੇ ਛਕਾ ਰਹੀਆਂ ਨੇ। ਹਰ ਜਸ ਕਥਾ ਕੀਰਤਨ ਦੇ ਪ੍ਰਵਾਹ ਥਾਂ ਥਾਂ ਤੇ ਅੰਮ੍ਰਿਤਸਰ ਵਿੱਚ ਚੱਲ ਰਹੇ ਨੇ। ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਅਕਾਲ ਤਖ਼ਤ ਤੇ ਬਿਰਾਜੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਆਓ ਇਸ ਤੋਂ ਅਗਲੀ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਖਤ ਅਕਾਲ ਬਿਰਾਜੇ ਆਨ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੀਵਾਨ ਸਜਿਆ ਹੈ। ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਆ ਬਿਰਾਜੇ ਹਨ। ਦਰਸਹਿ ਸਿੱਖ ਗਨ ਗੁਰ ਭਗਵਾਨ, ਸਤਿਗੁਰੂ ਜੀ ਦੇ ਦਰਸ਼ਨ ਸੰਗਤਾਂ ਹਜ਼ਾਰਾਂ ਸੰਗਤਾਂ ਕਰ ਰਹੀਆਂ ਹਨ। ਪੈਂਦੇ ਖਾਨ ਪਹੁੰਚ ਦਿਨ ਮੇਲੇ, ਮੇਲੇ ਤੋਂ ਪਹਿਲਾਂ ਪੈਂਦੇ ਖਾਨ ਆਣ ਪਹੁੰਚਿਆ ਹੈ। ਸੰਗ ਪਹਰ ਜਾ ਲਿਆਏ ਸੁਹੇਲੇ, ਔਰ ਆਪਣੀ ਘਰਵਾਲੀ ਨੂੰ ਵੀ ਨਾਲ ਹੀ ਲਿਆ। ਇਹ ਪੈਂਦੇ ਖਾਨ ਛੋਟੇ ਮੀਰ ਦਾ ਰਹਿਣ ਵਾਲਾ ਸ੍ਰੀ ਕਰਤਾਰਪੁਰ ਦੇ ਇਲਾਕੇ ਦਾ ਪਠਾਨ। ਗੁਰੂ ਸਾਹਿਬ ਜੀ ਨੇ ਇਸ ਨੂੰ ਪੁੱਤਰਾਂ ਤਰ੍ਹਾਂ ਪਾਲਿਆ, ਸ਼ਸਤਰ ਵਿਦਿਆ ਦਿੱਤੀ ਔਰ ਬੜਾ ਭਾਰੀ ਜੰਗੀ ਜਵਾਨ ਪੈਦਾ ਕੀਤਾ, ਇਸ ਨੂੰ ਬਣਾਇਆ। ਸੋ ਸਾਧ ਸੰਗਤ ਜੀ, ਇਹ ਪੈਂਦੇ ਖਾਨ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਹੋਇਆ, ਮੱਥਾ ਟੇਕਿਆ ਹੈ। ਮਿਲਿਓ ਗੁਰੂ ਸਨ ਕਰ ਪਗ ਨਮੋ, ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਪੈਂਦੇ ਖਾਂ ਗੁਰੂ ਸਾਹਿਬ ਨੂੰ ਮਿਲਿਆ ਹੈ। ਬੂਝ ਕੁਸ਼ਲ ਸਾਦਰ ਤਿਹ ਸਮੋ, ਤੇ ਮਹਾਰਾਜ ਨੇ ਪੈਂਦੇ ਖਾਂ ਦਾ ਸਤਿਕਾਰ ਕੀਤਾ ਹੈ, ਉਹਦਾ ਹਾਲ ਚਾਲ ਵੀ ਪੁੱਛਿਆ ਹੈ। ਸਾਥ ਪਹਰ ਜਾ ਸੁਨ ਦੁਖ ਕਦਨ, ਤੇ ਸਾਧ ਸੰਗਤ ਜੀ, ਮਹਾਰਾਜ ਨੂੰ ਪਤਾ ਲੱਗਾ ਪੈਂਦੇ ਖਾਂ ਕੱਲਾ ਨਹੀਂ ਆਇਆ, ਆਪਣੀ ਵਹੁਟੀ ਨੂੰ, ਆਪਣੀ ਘਰਵਾਲੀ ਨੂੰ ਨਾਲ ਲੈ ਕੇ ਆਇਆ ਹੈ। ਕੌਲਾਂ ਕੋ ਦੀਨਸ ਤਿਹ ਸਦਨ, ਮਹਾਰਾਜ ਕਹਿੰਦੇ ਪੈਂਦੇ ਖਾਂ ਤੂੰ ਮਾਤਾ ਕੌਲਾਂ ਵਾਲੇ ਘਰ ਚਲਾ ਜਾ। ਜਿੱਥੇ ਕੌਲਾਂ ਰਹਿੰਦੀ ਸੀ ਉੱਥੇ ਹੁਣ ਤੂੰ ਆਪਣੀ ਪਤਨੀ ਸਮੇਤ ਰਹਿਣਾ ਕਰ। ਅੱਜ ਕੱਲ੍ਹ ਉੱਥੇ ਗੁਰਦੁਆਰਾ ਕੌਲਸਰ ਸਰੋਵਰ ਵੀ ਬਣਿਆ ਹੋਇਆ। ਇੱਥੇ ਮਾਤਾ ਕੌਲਾਂ ਜੀ ਦਾ ਨਿਵਾਸ ਹੋਇਆ ਕਰਦਾ ਸੀ। ਸੋ ਇਹ ਜਗ੍ਹਾ ਮਾਤਾ ਕੌਲਾਂ ਦਾ ਚੜ੍ਹਾਈ ਕਰ ਗਏ ਨੇ, ਉਹਦੀ ਥਾਂ ਤੇ ਹੁਣ ਪੈਂਦੇ ਖਾਂ ਨੂੰ ਉਹ ਘਰ ਥੋੜੇ ਸਮੇਂ ਲਈ ਦਿੱਤਾ ਹੈ। ਬਸਿਓ ਤਹਾਂ ਆਨੰਦ ਉਪਜਾਏ, ਪੈਂਦੇ ਖਾਨ ਉਸ ਘਰ ਦੇ ਵਿੱਚ ਪ੍ਰਸੰਨਤਾ ਦੇ ਨਾਲ ਰਿਹਾ ਹੈ। ਗੁਰ ਘਰ ਤੇ ਸਭ ਹੀ ਕੁਛ ਪਾਏ, ਗੁਰੂ ਘਰ ਤੋਂ ਸਾਰੀਆਂ ਬਖਸ਼ਿਸ਼ਾਂ ਪੈਂਦੇ ਖਾਨ ਨੂੰ ਮਿਲਦੀਆਂ ਹਨ। ਜੋ ਚਾਹੁੰਦਾ ਹੈ ਉਹ ਹੀ ਮਿਲ ਜਾਂਦਾ ਹੈ। ਚਾਰੋਂ ਦਿਸ਼ ਤੇ ਆਇਓ ਮੇਲਾ, ਮੇਲਾ ਦੀਪਮਾਲਾ ਦਾ, ਦੀਵਾਲੀ ਦਾ, ਚਾਰੇ ਪਾਸਿਓਂ ਸੰਗਤਾਂ ਆ ਗਈਆਂ, ਉੱਤਰ ਦੱਖਣ ਪੂਰਬ ਪੱਛਮ ਤੋਂ। ਕਰ ਇਸ਼ਨਾਨ ਤੇ ਜਨਮ ਸੁਹੇਲਾ, ਔਰ ਸੰਗਤਾਂ ਨੇ ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ ਕੀਤੇ, ਆਪਣਾ ਜਨਮ ਸਫਲਾ ਕੀਤਾ। ਦਰਸ਼ਨ ਕਰਹਿ ਗੁਰੂ ਬਰਬੀਰ, ਫਿਰ ਸੰਗਤਾਂ ਦਰਸ਼ਨ ਕਰਦੀਆਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਛੇਵੇਂ ਪਾਤਸ਼ਾਹ, ਜੋ ਦੁਨੀਆ ਦੇ ਸਭ ਤੋਂ ਮਹਾਨ ਯੋਧੇ ਹਨ।
ਹੋਏ ਬਹੁਤ ਸੰਗਤ ਕੀ ਭੀਰ। ਸ੍ਰੀ ਅਕਾਲ ਤਖਤ ਸਾਹਿਬ ਤੇ ਦੀਵਾਨ ਲੱਗਦਾ ਹੈ। ਛੇਵੇਂ ਪਾਤਸ਼ਾਹ ਤਖਤ ਤੇ ਬਹਿ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਬੜੀ ਭਾਰੀ ਰੌਣਕ ਹੁੰਦੀ ਹੈ। ਸੰਗਤਾਂ ਇੰਨੀਆਂ ਜ਼ਿਆਦਾ ਸਰੋਵਰ ਦੇ ਕੰਢੇ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨੀ ਡਿਓਢੀ ਤੋਂ ਲੈ ਕੇ ਅਕਾਲ ਤਖਤ ਤੱਕ ਇਤਨੀ ਜ਼ਿਆਦਾ ਸੰਗਤ ਹੁੰਦੀ ਹੈ, ਤਿਲ ਸੁੱਟਣ ਦੀ ਥਾਂ ਨਹੀਂ ਰਹਿੰਦੀ। ਅਕਾਲ ਤਖਤ ਤੇ ਬਹੁਤ ਵੱਡਾ ਦੀਵਾਨ ਸਜਦਾ ਹੈ। ਢਾਡੀ ਵਾਰਾਂ ਗਾਉਂਦੇ ਨੇ, ਕਵੀਸ਼ਰੀ ਸੁਣਾਉਂਦੇ ਨੇ, ਔਰ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਅਰਪ ਅਕੋਰਨ ਲਗਹਿ ਅੰਬਾਰਾ। ਪ੍ਰੇਮ ਭੇਟਾਵਾਂ ਦੇ ਸੰਗਤਾਂ ਵੱਲੋਂ ਆਈਆਂ ਹੋਈਆਂ ਭੇਟਾਵਾਂ ਦੇ ਢੇਰ ਲੱਗ ਜਾਂਦੇ ਨੇ। ਕੋਈ ਸੰਗਤਾਂ ਕੱਪੜੇ ਲੈ ਕੇ ਆਉਂਦੀਆਂ, ਜਰੀ ਬਾਦਲੇ ਦੇ ਵਧੀਆ ਵਧੀਆ ਥਾਨ। ਕੋਈ ਸੰਗਤਾਂ ਰੇਸ਼ਮ ਦੇ ਬਸਤਰ ਲੈ ਕੇ ਆਉਂਦੀਆਂ। ਕੋਈ ਸੰਗਤਾਂ ਗੁਰੂ ਵਾਸਤੇ ਚੰਗੇ ਘੋੜੇ, ਚੰਗੇ ਸ਼ਸਤਰ, ਇਸ ਤਰ੍ਹਾਂ ਵਧੀਆ ਤੋਂ ਵਧੀਆ ਭੇਟਾਵਾਂ ਦੇ ਢੇਰ ਲੱਗ ਜਾਂਦੇ ਹਨ। ਬਸਤਰ ਵਿਭੂਖਣ ਹੈ ਹਥਿਆਰਾ। ਘੋੜੇ, ਹਥਿਆਰ, ਗਹਿਣੇ, ਕੱਪੜੇ ਸੰਗਤਾਂ ਵਿਦੇਸ਼ਾਂ ਤੋਂ ਲੈ ਕੇ ਪਹੁੰਚਦੀਆਂ ਹਨ। ਧਨ ਅਨ ਗਨ ਅਨ ਹੈ ਗੁਰ ਆਗੇ। ਦੀਵਾਲੀ ਦਾ ਮੇਲਾ ਹੈ। ਗੁਰੂ ਦੇ ਲੰਗਰਾਂ ਵਾਸਤੇ ਸੰਗਤਾਂ ਰਸਤਾਂ ਬਸਤਾਂ ਲੈ ਕੇ ਆਉਂਦੀਆਂ ਤੇ ਮਾਇਆ ਧਨ ਵੀ ਹਜ਼ਾਰਾਂ ਰੁਪਈਆ, ਲੱਖਾਂ ਰੁਪਈਆ ਗੁਰੂ ਦੇ ਚਰਨਾਂ 'ਚ ਭੇਟਾ ਚੜ੍ਹਦਾ ਹੈ। ਅਰਪ ਅਰਪ ਸਗਰੇ ਸੁਖ ਮੰਗੇ। ਮਹਾਰਾਜ ਨੂੰ ਆਪਣੀਆਂ ਆਪਣੀਆਂ ਪ੍ਰੇਮ ਭੇਟਾਵਾਂ ਦੇ ਕੇ ਸਭ ਆਪਣਾ ਸੁੱਖ ਮੰਗਦੇ ਨੇ। ਗੁਰੂ ਸਾਹਿਬ ਤੋਂ ਜੋ ਮੰਗਦੇ ਨੇ ਉਹ ਮਿਲਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਮਹਾਰਾਜ ਸਾਰਿਆਂ ਦੀ ਇੱਛਾ ਪੂਰੀਆਂ ਕਰਦੇ ਹਨ। ਸਤਿਗੁਰ ਖੁਸ਼ੀ ਸਭਨ ਪਰ ਧਰੀ। ਸਭ ਤੇ ਖੁਸ਼ੀ, ਸਭ ਤੇ ਮਿਹਰ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਮਹਾਰਾਜ ਮਿਹਰ ਦੀ ਨਿਗਾਹ ਕਰਦੇ ਨੇ, ਲੱਖਾਂ ਖੁਸ਼ੀਆਂ ਦੇ ਦਿੰਦੇ ਨੇ। ਸੰਗਤ ਸਕਲ ਵਿਸਰਜਨ ਕਰੀ। ਤੇ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਸ਼ੀਆਂ ਦੇ ਕੇ ਵਿਦਾ ਕੀਤਾ ਹੈ। ਦੀਵਾਲੀ ਦਾ ਮੇਲਾ ਲੰਘ ਗਿਆ। 2-4 ਦਿਨ ਮੇਲਾ ਭਰਿਆ ਚੰਗਾ। ਫਿਰ ਸੰਗਤਾਂ ਨੇ ਆਗਿਆ ਮੰਗੀ। ਕੋਈ ਕਸ਼ਮੀਰ ਤੋਂ ਆਇਆ ਸੀ, ਕੋਈ ਪਿਸ਼ਾਵਰ ਤੋਂ, ਕੋਈ ਮੁਲਤਾਨ ਤੋਂ, ਕੋਈ ਲਾਹੌਰ ਤੋਂ, ਕੋਈ ਮਾਝੇ ਦੇ ਇਲਾਕੇ 'ਚੋਂ, ਕੋਈ ਦੁਆਬੇ 'ਚੋਂ, ਕੋਈ ਮਾਲਵੇ 'ਚੋਂ। ਬਹੁਤ ਦੂਰੋਂ ਦੂਰੋਂ ਸੰਗਤ ਆਈ ਸੀ। ਸੰਗਤਾਂ ਆਪਣੇ ਆਪਣੇ ਇਲਾਕਿਆਂ ਨੂੰ ਵਾਪਸ ਚਲੀਆਂ ਗਈਆਂ। ਪੁਨ ਗੁਰ ਸੁਖ ਜੁਤ ਦਿਵਸ ਬਿਤਾਏ। ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਰੋਜ਼ ਦੀਵਾਨ ਸਜਦੇ ਹੈ। ਹਰਿਮੰਦਰ ਸਾਹਿਬ 'ਚ ਕੀਰਤਨ ਹੁੰਦੇ ਆ। ਮਹਾਰਾਜ ਆਪਣੇ ਮਹਿਲਾਂ 'ਚ ਰਹਿ ਰਹੇ ਨੇ। ਕੁਝ ਦਿਨ ਹੋਰ ਸੁੱਖ ਨਾਲ ਦੀਵਾਲੀ ਤੋਂ ਬਾਅਦ ਲੰਘ ਗਏ। ਪੈਂਦੇ ਖਾਂ ਨਿਤ ਨਿਕਟ ਰਹਾਏ। ਪੈਂਦੇ ਖਾਂ ਹੁਣ ਅੰਮ੍ਰਿਤਸਰ ਰਹਿਣ ਲੱਗ ਪਿਆ। ਗੁਰੂ ਜੀ ਦੇ ਕੋਲ ਰਹਿੰਦਾ ਹੈ। ਬੂਝਿਓ ਗੁਰੂ ਤਰੰਗਮ ਜੋਈ। ਸਤਿਗੁਰੂ ਜੀ ਨੇ ਪੁੱਛਿਆ, ਸੁਣਾ ਪੈਂਦੇ ਖਾਂ, ਤੇਰੇ ਵਾਸਤੇ ਘੋੜਾ ਭੇਜਿਆ ਸੀ, ਕਿਵੇਂ ਲੱਗਾ ਤੈਨੂੰ? 5 ਘੋੜੇ ਭਾਈ ਸੁਭਾਗਾ ਲੈ ਕੇ ਆਇਆ ਸੀ, ਬਹੁਤ ਕੀਮਤੀ। ਉਹ ਘੋੜੇ ਇੱਕ ਤਾਂ ਮਹਾਰਾਜ ਨੇ ਆਪਣੀ ਸਵਾਰੀ ਲਈ ਰੱਖ ਲਿਆ। ਇੱਕ ਘੋੜਾ ਬਾਬਾ ਗੁਰਦਿੱਤਾ ਜੀ ਕੋਲ ਗੋਇੰਦਵਾਲ ਸਾਹਿਬ ਭੇਜ ਦਿੱਤਾ ਸੀ। ਇੱਕ ਘੋੜਾ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਦਿੱਤਾ ਸੀ। ਚੌਥਾ ਘੋੜਾ ਪੈਂਦੇ ਖਾਂ ਨੂੰ ਦਿੱਤਾ ਸੀ। 5ਵਾਂ ਘੋੜਾ ਉਸ ਸਿੱਖ ਭਾਈ ਗੋਪਾਲੇ ਨੂੰ ਦਿੱਤਾ ਸੀ, ਜਿਹਨੇ ਜਪਜੀ ਸਾਹਿਬ ਦਾ ਪਾਠ ਸ਼ੁੱਧ ਸੁਣਾਇਆ ਸੀ। ਇਸ ਤਰ੍ਹਾਂ ਇਹਨਾਂ 5 ਘੋੜਿਆਂ 'ਚੋਂ ਜਿਹੜਾ ਜੰਗੀ ਘੋੜਾ ਪੈਂਦੇ ਖਾਂ ਨੂੰ ਦਿੱਤਾ ਸੀ, ਗੁਰੂ ਸਾਹਿਬ ਉਹਦੇ ਬਾਰੇ ਪੁੱਛਦੇ, ਸੁਣਾ ਪੈਂਦੇ ਖਾਂ, ਘੋੜਾ ਤੈਨੂੰ ਭੇਜਿਆ ਸੀ, ਕਿਵੇਂ ਹੈ? ਤੋਹਿਤ ਪਠਿਓ ਕਹੋ ਕਸ ਸੋਈ। ਹਾਂ, ਦੱਸ ਕਿਹੋ ਜਿਹਾ ਲੱਗਾ, ਸਵਾਰੀ ਕਿਹੋ ਜਿਹੀ ਹੈ, ਉਹ ਕਿਹੜੀ ਚੰਗੀ ਨਸਲ ਦਾ ਘੋੜਾ ਹੈ, ਤੇ ਉਹ ਤੈਨੂੰ ਕਿਵੇਂ ਲੱਗਾ ਹੈ? ਤੈਨੂੰ ਉਹ ਫਿੱਟ ਹੈ? ਤੇਰੇ ਨਾਲ ਉਹਦਾ ਮਨ ਮਿਲ ਗਿਆ? ਕਿਉਂਕਿ ਸਵਾਰ ਦੇ ਨਾਲ ਘੋੜੇ ਦਾ ਮਨ ਮਿਲ ਜਾਵੇ ਤੇ ਉਹ ਘੋੜਾ ਬਹੁਤ ਕੰਮ ਦਾ ਹੁੰਦਾ। ਵੀ ਤੈਨੂੰ ਘੋੜਾ ਕਿਵੇਂ ਲੱਗਾ ਹੈ? ਹੱਥ ਜੋੜ ਕਰ ਖਾਨ ਬਖਾਨਾ। ਹੱਥ ਜੋੜ ਕੇ ਪੈਂਦੇ ਖਾਂ ਨੇ ਬੇਨਤੀ ਕੀਤੀ, ਹੈ ਹਥਿਆਰ ਨੀਕ ਜੋ ਜਾਨਾ। ਮਹਾਰਾਜ, ਇਹ ਤੁਹਾਡੀਆਂ ਬਖਸ਼ਿਸ਼ਾਂ ਦਾ ਕੋਈ ਮੁੱਲ ਨਹੀਂ ਹੈ। ਤੁਸੀਂ ਚੰਗੇ ਤੋਂ ਚੰਗਾ ਸ਼ਸਤਰ ਮੈਨੂੰ ਦਿੰਦੇ ਹੋ, ਚੰਗੇ ਤੋਂ ਚੰਗਾ ਘੋੜਾ ਮੈਨੂੰ ਦਿੰਦੇ ਹੋ। ਹੈ ਨਾਮ ਘੋੜੇ ਦਾ, ਹਥਿਆਰ ਨਾਮ ਸ਼ਸਤਰਾਂ ਦਾ। ਚੰਗੇ ਹੈ ਹਥਿਆਰ
ਚੰਗੇ ਘੋੜੇ ਤੇ ਚੰਗੇ ਸ਼ਸਤਰ ਮੈਨੂੰ ਬਖਸ਼ਦੇ ਹੋ। ਕਰਹੁ ਮਿਹਰ ਸੋ ਮੋ ਕਹੋ ਦੈਹੋ। ਮਹਾਰਾਜ ਮਿਹਰ ਕਰਕੇ ਮੈਨੂੰ ਦਿੰਦੇ ਰਹਿੰਦੇ ਹੋ। ਤੁਹਾਡੀਆਂ ਦਾਤਾਂ ਕੋ ਗਿਣੀਆਂ ਨਹੀਂ ਜਾ ਸਕਦੀਆਂ। ਤੁਸੀਂ ਮੈਨੂੰ ਆਪਣਾ ਸੇਵਕ ਜਾਣ ਕੇ, ਆਪਣਾ ਪੁੱਤਰ ਜਾਣ ਕੇ ਨਿਵਾਜਦੇ ਹੋ। ਤੁਸੀਂ ਗਰੀਬ ਨਵਾਜ ਹੋ, ਮੈਨੂੰ ਇੰਨਾ ਮਾਣ ਦਿੰਦੇ ਹੋ। ਇਕ ਹੈ ਕਹਾ ਸਕਲ ਸੁਖ ਪੈ ਹੋ। ਮਹਾਰਾਜ ਇੱਕ ਘੋੜੇ ਦੀ ਕੀ ਗੱਲ ਹੈ, ਮੈਂ ਤੁਹਾਡੇ ਕੋਲ ਹਰ ਚੀਜ਼ ਸੁੱਖ ਦੇਣ ਵਾਲੀ ਲੈਂਦਾ ਹਾਂ। ਤੁਸੀਂ ਮੈਨੂੰ ਹਰ ਤਰ੍ਹਾਂ ਦਾ ਸੁੱਖ ਦਿੰਦੇ ਹੋ। ਤੁਹਾਡੀ ਕਿਰਪਾ ਨਾਲ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਮਹਾਰਾਜ ਰਾਵਰ ਕੇ ਸੰਗ। ਮਹਾਰਾਜ ਤੁਸੀਂ ਪਿਤਾ ਹੋ, ਮੈਂ ਤੁਹਾਡਾ ਪੁੱਤਰ ਹਾਂ, ਤੇ ਤੁਹਾਡੇ ਨਾਲ ਮੈਨੂੰ ਕੋਈ ਕਮੀ ਨਹੀਂ ਹੈ। ਭਇਓ ਅਗਾਰੀ ਤੇ ਬੜ ਜੰਗ। ਮਹਾਰਾਜ ਪਤਾ ਲੱਗਾ ਕਿ ਤੁਹਾਡੇ ਨਾਲ ਬਾਦਸ਼ਾਹ ਦੀਆਂ ਫੌਜਾਂ ਦਾ ਫਿਰ ਜੰਗ ਹੋਇਆ। ਪਹਿਲੇ ਨਾਲੋਂ ਵੀ ਵੱਡੀ ਲੜਾਈ ਸ੍ਰੀ ਹਰਗੋਬਿੰਦਪੁਰੇ ਹੋਈ ਹੈ। ਐਡਾ ਵੱਡਾ ਜੰਗ ਕਿ ਬਹੁਤ ਤੁਰਕਾਂ ਦੀ ਫੌਜ ਤੁਸੀਂ ਮਾਰੀ ਹੈ। ਨਹੀਂ ਦਾਸ ਕੋ ਨਿਕਟ ਬੁਲਾਇਓ। ਪਰ ਮਹਾਰਾਜ ਤੁਸੀਂ ਮੈਨੂੰ ਲੜਾਈ 'ਚ ਯਾਦ ਨਹੀਂ ਕੀਤਾ। ਮੈਨੂੰ ਕਿਉਂ ਨਹੀਂ ਬੁਲਾਇਆ? ਮੈਂ ਕਿਹੜਾ ਦੂਰ ਸੀ? ਕਰਤਾਰਪੁਰ ਸ੍ਰੀ ਹਰਗੋਬਿੰਦਪੁਰੇ ਤੋਂ 30 ਮੀਲ ਦੀ ਵਾਟ ਸਾਰੀ। ਮੈਨੂੰ ਮਾੜਾ ਜਿਹਾ ਬੁਲਾ ਲੈਂਦੇ, ਫਿਰ ਮਹਾਰਾਜ ਮੇਰੇ ਹੱਥ ਵੇਖਦੇ ਜੰਗ ਦੇ ਮੈਦਾਨ ਵਿੱਚ। ਪੂਰਬ ਸਮ ਮੈਂ ਕਾਮ ਨ ਆਇਓ। ਮਹਾਰਾਜ ਜਿਵੇਂ ਅੰਮ੍ਰਿਤਸਰ ਦੀ ਲੜਾਈ 'ਚ ਮੈਂ ਯੁੱਧ ਕੀਤਾ ਸੀ, ਐਤਕੀ ਵੀ ਮੈਂ ਸੇਵਾ ਕਰਦਾ, ਪਰ ਆਪ ਜੀ ਨੇ ਮੈਨੂੰ ਸੇਵਾ ਦਾ ਮੌਕਾ ਨਹੀਂ ਬਖਸ਼ਿਆ। ਮੈਂ ਪਹਿਲੀ ਤਰ੍ਹਾਂ ਮਹਾਰਾਜ ਤੁਹਾਡੇ ਕੰਮ ਨਹੀਂ ਆ ਸਕਿਆ। ਸੁਨ ਗੁਰ ਕਹਿਓ ਕਾਜ ਕੁਛ ਥੋਰਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਕੋਈ ਐਡੀ ਵੱਡੀ ਲੜਾਈ ਨਹੀਂ ਸੀ, ਕੋਈ ਛੋਟਾ ਹੀ ਕੰਮ ਸੀਗਾ, ਹੋ ਗਿਆ ਫਤਿਹ। ਹਾਂਜੀ, ਚਹਿਤ ਹਕਾਰਨ ਨਹਿ ਮਨ ਮੋਰਾ। ਅਸੀਂ ਆਖਿਆ ਵੀ ਕਾਹਨੂੰ ਖੇਚਲ ਦੇਣੀ ਹੈ, ਸਿੱਖਾਂ ਨੇ ਹੀ ਮੋਰਚਾ ਫਤਿਹ ਕਰ ਲਿਆ। ਪੈਂਦੇ ਖਾਂ ਨੂੰ ਕਾਹਨੂੰ ਬੁਲਾਉਣਾ, ਪਰੇਸ਼ਾਨ ਕਰਨਾ। ਸਤਿਗੁਰੂ ਪਾਤਸ਼ਾਹ ਅਸਲ ਵਿੱਚ ਪੈਂਦੇ ਖਾਂ ਦਾ ਹੰਕਾਰ ਤੋੜਨਾ ਚਾਹੁੰਦੇ ਸੀ। ਪਹਿਲੀ ਜੰਗ ਤੋਂ ਪੈਂਦੇ ਖਾਂ ਨੂੰ ਮਾਣ ਹੋ ਗਿਆ ਸੀ ਵੀ ਜੇ ਮੈਂ ਨਾ ਹੁੰਦਾ ਤੇ ਗੁਰੂ ਸਾਹਿਬ ਦੀ ਫੌਜ ਜਿੱਤ ਨਹੀਂ ਸੀ ਸਕਦੀ। ਸਿੱਖਾਂ ਨੂੰ ਕੀ ਸਮਝਣਾ ਸੀ ਮੁਗਲ ਖਾਂ ਨੇ? ਮੈਂ ਹੀ ਮੁਗਲ ਖਾਂ ਦੀ ਫੌਜ ਨੂੰ ਹਰਾਇਆ। ਉਹ ਹੰਕਾਰ ਸਤਿਗੁਰੂ ਜਾਣ ਗਏ ਸਨ। ਹਰ ਜੀਓ ਹੰਕਾਰ ਨਾ ਪਾਵਈ, ਵੇਦ ਕੂਕ ਸੁਣਾਵੇ। ਇਹ ਵੇਦਾਂ ਦਾ ਢੰਡੋਰਾ ਹੈ। ਸਾਰੇ ਧਰਮ ਗ੍ਰੰਥ, ਮਹਾਂਪੁਰਸ਼, ਸਾਧੂ ਸੰਤ ਇਸ ਗੱਲ ਤੇ ਸਹਿਮਤ ਹਨ ਕਿ ਵਾਹਿਗੁਰੂ ਨੂੰ ਬੰਦੇ ਦਾ ਹੰਕਾਰ ਪਸੰਦ ਨਹੀਂ। ਹੋਰ ਤਾਂ ਔਗਣ ਬਖਸ਼ੇ ਜਾਂਦੇ, ਹੰਕਾਰ ਨਹੀਂ ਬਖਸ਼ਿਆ ਜਾਂਦਾ। ਸੋ ਹੰਕਾਰ ਬੜਾ ਸੀ ਪੈਂਦੇ ਖਾਂ ਨੂੰ, ਤੇ ਗੁਰੂ ਹਰਗੋਬਿੰਦ ਸਾਹਿਬ ਦਾ ਹੰਕਾਰ ਤੋੜਨ ਲਈ ਦੂਸਰੀ ਜੰਗ ਵਿੱਚ ਬੁਲਾਇਆ ਹੀ ਨਹੀਂ ਸੀ। ਪੈਂਦੇ ਖਾਂ ਕਹਿੰਦਾ ਮੈਨੂੰ ਕਿਉਂ ਨਹੀਂ ਬੁਲਾਇਆ? ਮਹਾਰਾਜ ਕਹਿੰਦੇ ਐਡੀ ਵੱਡੀ ਗੱਲ ਹੀ ਕੋਈ ਨਹੀਂ ਸੀ, ਸਿੱਖਾਂ ਨੇ ਮੋਰਚਾ ਫਤਿਹ ਕਰ ਲਿਆ ਹੈ। ਤੁਰਕ ਸਹਸਰ 5-10 ਆਏ। ਮਹਾਰਾਜ ਦੱਸ ਵੀ ਰਹੇ ਨੇ 15,000 ਫੌਜ ਆਈ ਸੀ ਤੁਰਕਾਂ ਦੀ ਚੜ੍ਹ ਕੇ। ਔਚਕ ਨਿਕਟ ਜੰਗ ਕੋ ਤਹਾਏ। ਤੇ ਨੇੜੇ ਹੀ ਸਨ ਜਲੰਧਰ, ਉੱਥੋਂ ਅਚਾਨਕ ਹੀ ਆ ਪਏ ਤੇ ਸਾਨੂੰ ਤਾਂ ਪਤਾ ਵੀ ਨਹੀਂ ਲੱਗਣ ਦਿੱਤਾ, ਇੰਨੀਆਂ ਫੌਜਾਂ ਆ ਗਈਆਂ ਚੜ੍ਹ ਕੇ। ਵਿਖ ਕਰ ਸਿੱਖ ਤੈਨ ਪਰ ਇਮ ਗਏ। ਪਰ ਉਹਨਾਂ ਦੀ ਫੌਜ ਨੂੰ ਵੇਖ ਕੇ ਸਾਡੀਆਂ ਫੌਜਾਂ ਘਬਰਾਈਆਂ ਨਹੀਂ। ਸਿੱਖਾਂ ਦੀ ਫੌਜ ਇਉਂ ਜਾ ਕੇ ਪੈ ਗਈ ਖਗ ਪਰ ਬਾਜ ਛੁਦਤ ਜਿਮ ਭਏ। ਜਿਵੇਂ ਭੁੱਖਾ ਬਾਜ ਤਿੱਤਰਾਂ ਬਟੇਰਿਆਂ ਨੂੰ ਪੈ ਜਾਂਦਾ। ਬਾਜ ਨੂੰ ਭੁੱਖ ਲੱਗੀ ਹੋਵੇ ਫਿਰ ਨਹੀਂ ਉਹ ਛੱਡਦਾ। ਇੱਦਾਂ ਸਾਡੇ ਸਿੱਖ ਪੈ ਗਏ ਵੈਰੀ ਦੇ ਗਲ ਜਾ ਕੇ। ਸੁਪਟਨ ਇਮ ਪੁਰਸ਼ਾਰਥ ਕੀਨ। ਸਾਡੇ ਯੋਧਿਆਂ ਨੇ, ਭਾਈ ਬਿਧੀ ਚੰਦ ਵਰਗਿਆਂ ਨੇ ਇਹੋ ਜਿਹਾ ਉਦਮ ਕੀਤਾ, ਇਹੋ ਜਿਹੀਆਂ ਤੇਗਾਂ ਮਾਰੀਆਂ। ਭਾਈ ਪਰਸਰਾਮ ਵਰਗਿਆਂ ਨੇ, ਬਨਮਾਲੀ ਵਰਗਿਆਂ ਨੇ। ਕੇਹਰ ਹਤ ਹੈ ਹੇਰ ਗਜ ਪੀਨ। ਕਹਿੰਦੇ ਜਿਵੇਂ ਸ਼ੇਰ ਮਿਰਗਾਂ ਨੂੰ ਘੇਰ ਘੇਰ ਕੇ ਮਾਰਦਾ ਹੈ, ਜਿਵੇਂ ਸ਼ੇਰ ਹਾਥੀ ਨੂੰ ਵੀ ਮਾਰ ਲੈਂਦਾ, ਇੱਦਾਂ ਹਾਥੀਆਂ ਵਰਗੇ ਮੁਗਲ ਪਠਾਨ ਸਿੱਖਾਂ ਨੇ ਰਣ ਤੱਤੇ 'ਚ ਝਟਕ ਦਿੱਤੇ। ਸਿੱਖਨ ਫਤਿਹ ਲਈ ਬਹੁ ਮਾਰੇ। ਗੁਰੂ ਕੇ ਸਿੱਖਾਂ ਨੂੰ ਫਤਿਹਯਾਬੀ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ। ਸਿੱਖ ਜਿੱਤ ਗਏ। 15,000 ਲਗਭਗ 14,000 ਮਾਰੇ ਗਏ ਤੁਰਕ। ਏਕ ਸਹਸਰ ਬਚੇ ਭਜ ਹਾਰੇ। ਬਸ 1,000 ਬੰਦਾ ਭੱਜ ਕੇ ਮਸੀਂ ਬਚਿਆ, ਉਹ ਵੀ ਜੁੱਤੀਆਂ ਛੱਡ ਕੇ ਦੌੜੇ ਨੇ। ਬਾਕੀ ਮਾਰ ਕੇ ਦਰਿਆ ਬਿਆਸਾ 'ਚ ਰੋੜ ਦਿੱਤੇ ਨੇ।
ਸੁਨ ਪੈਂਦੇ ਨਿਜ ਹਿਰਦੇ ਵਿਚਾਰੀ। ਸੁਣ ਕੇ ਪੈਂਦੇ ਖਾਂ ਮਨ 'ਚ ਸੋਚਣ ਲੱਗ ਪਿਆ ਪੂਰਨ ਪੁਰਖ ਗੁਰੂ ਬਲ ਪਹਾਰੀ। ਕਿ ਗੁਰੂ ਸਾਹਿਬ ਜੀ ਪੂਰਨ ਪੁਰਸ਼ ਹਨ ਤੇ ਪੂਰੇ ਬਲੀ ਯੋਧੇ ਹਨ। ਮਮ ਗਰਬਨ ਉਰ ਪਹਾ ਸਭ ਕੂਰੇ। ਇਹਨਾਂ ਨੇ ਮੇਰਾ ਹੰਕਾਰ ਤੋੜ ਦਿੱਤਾ। ਜਿਹੜਾ ਮੈਂ ਮਾਣ ਕਰਦਾ ਸੀ ਵੀ ਮੇਰੇ ਤੋਂ ਬਿਨਾਂ ਗੁਰੂ ਜੰਗ ਜਿੱਤ ਨਹੀਂ ਸਕਦਾ, ਗੁਰੂ ਨੇ ਮੇਰੇ ਦਿਲ ਦੀ ਜਾਣ ਕੇ ਮੇਰਾ ਹੰਕਾਰ ਤੋੜਿਆ ਹੈ। ਕਿਦੋਂ ਲਖਿਓ ਸੋ ਸਭ ਗੁਰ ਪੂਰੇ। ਇਹ ਲੱਗਦਾ ਮੇਰੇ ਦਿਲ ਦੀ ਗੁਰੂ ਜੀ ਜਾਣ ਗਏ ਨੇ। ਇਹਨਾਂ ਨੂੰ ਪਤਾ ਲੱਗ ਗਿਆ ਵੀ ਪੈਂਦੇ ਖਾਂ ਦੇ ਮਨ 'ਚ ਹੰਕਾਰ ਹੈ ਵੀ ਜੇ ਮੈਂ ਨਾ ਹੋਵਾਂ ਤੇ ਗੁਰੂ ਜੰਗ ਨਹੀਂ ਜਿੱਤ ਸਕਦਾ, ਤੇ ਗੁਰੂ ਨੇ ਇਸ ਦੂਸਰੇ ਜੰਗ ਵਿੱਚ ਮੇਰਾ ਹੰਕਾਰ ਤੋੜ ਦਿੱਤਾ, ਮੇਰੇ ਤੋਂ ਬਿਨਾਂ ਹੀ ਜੰਗ ਫਤਿਹ ਕਰ ਲਿਆ। ਹਾਂਜੀ, ਇਤਿਆਦਿਕ ਲਖ ਕਰ ਪਛਤਾਏ। ਇੱਦਾਂ ਪੈਂਦੇ ਖਾਂ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਜਾਣ ਕੇ ਤੇ ਆਪਣੀ ਭੁੱਲ ਤੇ ਪਛਤਾਵਾ ਕਰਨ ਲੱਗਾ ਹੈ। ਧਨ ਗੁਰ ਤੁਮ ਮੁਖ ਹੋਂ ਅਲਾਏ। ਕਹਿਣ ਲੱਗਾ ਧੰਨ ਹੋ ਸਤਿਗੁਰੂ ਜੀ, ਆਪ ਜੀ ਧੰਨ ਹੋ, ਧੰਨ ਹੋ, ਧੰਨ ਹੋ। ਹਾਂਜੀ, ਚਹੁ ਜਥਾ ਤੇ ਮਿਠਟ ਹੋ ਗਸਾਈ। ਮਹਾਰਾਜ ਜਿਵੇਂ ਚਾਹੋ ਕਰ ਸਕਦੇ ਹੋ, ਤੁਹਾਡੇ ਹੱਥ ਸਾਰੀ ਖੇਡ ਹੈ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਅਸੀਂ ਮੂਰਖ ਮਹਾਰਾਜ ਤੁਹਾਡੀ ਮਹਿਮਾ ਨਹੀਂ ਜਾਣ ਸਕਦੇ, ਸਾਨੂੰ ਕੀ ਪਤਾ ਤੁਸੀਂ ਕਿਹੜਿਆਂ ਰੰਗਾਂ 'ਚ ਰਾਜੀ ਹੋ। ਕਰਾਮਾਤ ਸਾਹਿਬ ਅਧਿਕਾਈ। ਮਹਾਰਾਜ ਤੁਸੀਂ ਰੱਬੀ ਕਰਾਮਾਤਾਂ ਨਾਲ ਭਰੇ ਹੋਏ, ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਪੀਰ ਜੀ। ਤੁਸੀਂ ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਅਵਤਾਰਾਂ ਦੇ ਅਵਤਾਰ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ। ਹਾਂਜੀ, ਇਤਿਆਦਿਕ ਕਬ ਛਿਰ ਹੈ ਪ੍ਰਸੰਗ। ਇਸ ਤਰ੍ਹਾਂ ਪੈਂਦੇ ਖਾਂ ਕਈ ਵਾਰੀ ਕਹਿੰਦਾ, ਜਦੋਂ ਵੀ ਗੱਲ ਚੱਲਦੀ ਹੈ ਨਾ ਸ੍ਰੀ ਹਰਗੋਬਿੰਦਪੁਰੇ ਦੀ ਜੰਗ ਦੀ, ਪੈਂਦੇ ਖਾਂ ਨੂੰ ਯਾਦ ਆ ਜਾਂਦੀ ਆਪਣੀ ਕਮਜ਼ੋਰੀ ਵੀ ਜੰਗ ਐਡਾ ਵੱਡਾ ਹੋਇਆ, ਮੇਰੇ ਹੰਕਾਰ ਨੇ ਮੈਨੂੰ ਸੇਵਾ ਤੋਂ ਵਾਂਝਾ ਕਰ ਦਿੱਤਾ। ਮੈਂ ਹੰਕਾਰ ਕਰ ਬੈਠਾ ਸੀ, ਇਸ ਕਰਕੇ ਗੁਰੂ ਸਾਹਿਬ ਨੇ ਮੈਨੂੰ ਜੰਗ ਵਿੱਚ ਸ਼ਰੀਕ ਨਹੀਂ ਕੀਤਾ। ਜਿਮ ਜਿਮ ਠਾਨੇ ਪੁਰਬ ਜੰਗ। ਜਿਹੜੇ ਜਿਹੜੇ ਪਹਿਲੇ ਜੰਗ ਹੋਏ ਨੇ ਉਹਨਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਬਿਨ ਹੰਕਾਰ ਭਇਓ ਤਬ ਪੈਂਦਾ। ਹੁਣ ਪੈਂਦੇ ਦਾ ਹੰਕਾਰ ਟੁੱਟ ਗਿਆ, ਮਨ ਵਿੱਚ ਹਉਮੈ ਜਿਹੜੀ ਸੀ ਪਹਿਲੇ ਜੰਗ ਤੋਂ ਬਾਅਦ ਪੈਦਾ ਹੋਈ ਸੀ, ਉਹ ਸ੍ਰੀ ਹਰਗੋਬਿੰਦਪੁਰੇ ਦੇ ਜੰਗ ਦੀ ਕਥਾ ਸੁਣ ਕੇ ਹੀ ਦੂਰ ਹੋ ਗਈ। ਹਾਂਜੀ, ਗੁਰ ਨਾ ਗਰਬ ਰਹਿਣ ਦੇ ਕਹਿੰਦਾ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਪੈਂਦੇ ਖਾਂ ਨੂੰ ਅਹਿਸਾਸ ਹੋ ਗਿਆ ਕਿ ਗੁਰੂ ਕਿਸੇ ਦਾ ਹੰਕਾਰ ਨਹੀਂ ਰਹਿਣ ਦਿੰਦਾ। ਹਰ ਜੀਓ ਹੰਕਾਰ ਨਾ ਪਾਵੇ, ਗੁਰੂ ਨੂੰ ਹੰਕਾਰ ਬਿਲਕੁਲ ਪਸੰਦ ਨਹੀਂ, ਕਿਸੇ ਦਾ ਵੀ ਨਹੀਂ। ਹਾਂਜੀ, ਕਿਤਕ ਮਾਸ ਜਬ ਇਹ ਬਿਤਾਏ। ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਕੁਝ ਮਹੀਨੇ ਬੀਤ ਗਏ, ਸ੍ਰੀ ਅੰਮ੍ਰਿਤਸਰ ਰਹਿੰਦਿਆਂ ਹੋਇਆਂ ਸ਼੍ਰੀ ਅੰਮ੍ਰਿਤਸਰ ਸੁਖ ਬਹੁ ਪਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਣੇ ਪਰਿਵਾਰ ਇੱਥੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਟਿਕੇ, ਸੁਖ ਪਾਇਆ। ਪੈਂਦੇ ਖਾਨ ਕੇ ਕੰਨਿਆ ਭਈ। ਇੱਥੇ ਸਾਧ ਸੰਗਤ ਜੀ ਪੈਂਦੇ ਖਾਂ ਦੇ ਘਰ ਲੜਕੀ ਦਾ ਜਨਮ ਹੋਇਆ। ਪਹਿਲਾ ਬੱਚਾ ਪੈਂਦੇ ਖਾਂ ਦੇ ਘਰ ਕੁੜੀ ਜੰਮੀ ਹੈ। ਗੁਰ ਢਿਗ ਆਨਤ ਬੈ ਸੁਧ ਦਈ। ਗੁਰੂ ਸਾਹਿਬ ਨੂੰ ਆ ਕੇ ਪੈਂਦੇ ਖਾਂ ਨੇ ਖਬਰ ਦਿੱਤੀ, ਮਹਾਰਾਜ ਮੇਰੇ ਘਰ ਲੜਕੀ ਹੋਈ ਹੈ। ਸ਼੍ਰੀ ਹਰਗੋਬਿੰਦ ਧੀਰਜ ਦੀਨਾ। ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ ਪੈਂਦੇ ਖਾਂ, ਧੀਆਂ ਵੀ ਪ੍ਰਮਾਤਮਾ ਦੀ ਦਾਤ ਹੁੰਦੀਆਂ ਨੇ। ਧੀਆਂ ਦੇ ਜਨਮ ਤੇ ਨਮੋਸ਼ੀ ਨਹੀਂ ਕਰੀਦੀ ਹੁੰਦੀ, ਕਿਉਂਕਿ ਜੇ ਕਿਸੇ ਦੇ ਘਰ ਕੁੜੀ ਜੰਮ ਪਏ ਨਾ, ਆਮ ਇਨਸਾਨ ਲਗਭਗ ਅੱਜ ਕੱਲ੍ਹ ਤਾਂ ਕੋਈ ਸੋਚ ਵਿਚਾਰ ਚੰਗੀ ਆ ਗਈ ਲੋਕਾਂ ਦੇ ਮਨ 'ਚ ਵੀ ਇੰਨਾ ਨਫ਼ਰਤ ਨਹੀਂ ਕਰਦੇ, ਨਹੀਂ ਤਾਂ ਕੁੜੀ ਜੰਮ ਪਏ ਤੇ ਘਰ 'ਚ ਅੱਗ ਨਹੀਂ ਸੀ ਬਾਲਦੇ ਹੁੰਦੇ, ਮਰੀ ਜਾਂਦੇ। ਹੁਣ ਕੁੜੀ ਵਿਆਹਣੀ ਪਏਗੀ, ਖਰਚਾ ਹੋਵੇਗਾ, ਇਹਨੇ ਤਾਂ ਬਗਾਨੇ ਘਰ ਜਾਣਾ, ਸਾਡੇ ਘਰ ਤੇ ਨਹੀਂ ਰਹਿਣਾ, ਸਾਡੀ ਤੇ ਨਹੀਂ ਸੇਵਾ ਕਰਨੀ ਇਹਨੇ, ਅਸੀਂ ਇਹਨੂੰ ਨਾਲੇ ਪਾਲਾਂਗੇ, ਨਾਲੇ ਇਹਨੂੰ ਵਿਆਹਾਂਗੇ, ਨਾਲੇ ਖਰਚਾ ਕਰਾਂਗੇ। ਇਹੋ ਜਿਹੀ ਸੋਚ ਹੁੰਦੀ ਸੀ। ਕਈ ਚੰਗੇ ਭਲੇ ਲੋਕ ਵੀ ਦੇਖਿਆ ਅਸੀਂ ਵੀ ਕੁੜੀ ਜੰਮੀ ਤੇ ਰੋਟੀ ਨਹੀਂ ਸੀ ਖਾਂਦੇ ਹੁੰਦੇ। ਪੈਂਦੇ ਖਾਂ ਨੂੰ ਮਹਾਰਾਜ ਕਹਿੰਦੇ ਪੈਂਦੇ ਖਾਂ ਧੀਆਂ ਨੂੰ ਇਹ ਨਹੀਂ ਸਮਝੀਦਾ ਹੁੰਦਾ ਵੀ ਇਹ ਬੋਝ ਹਨ, ਬਲਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਜਿਸ ਵਾਹਿਗੁਰੂ ਨੇ ਇਸਤਰੀ ਨੂੰ ਪੈਦਾ ਕੀਤਾ, ਕਿਉਂ ਕੀਤਾ ਵੀ ਦੁਨੀਆ ਨੂੰ ਇਹ ਪੈਦਾ ਕਰਦੀ, ਮਾਂ ਬਣ ਕੇ, ਜਨਨੀ ਬਣ ਕੇ। ਇਹਦਾ ਬੜਾ ਵੱਡਾ ਰੁਤਬਾ ਹੈ, ਅਵਤਾਰਾਂ ਨੂੰ, ਰਾਜਿਆਂ ਨੂੰ, ਗੁਰੂਆਂ ਨੂੰ ਜਨਮ ਦਿੰਦੀ ਹੈ। ਹਾਂਜੀ, ਹਰ ਹੋ ਨਿਜ ਸੰਤਤ ਕੋ ਚੀਨਾ। ਇਹ ਆਪਣੀ ਔਲਾਦ ਸਮਝ ਕੇ, ਇਹ ਵੀ ਧੀ ਤੇ ਪੁੱਤਰ ਇੱਕੋ ਜਿਹੇ ਸਮਝ ਕੇ
ਇਹਦੀ ਪਾਲਣਾ ਕਰ। ਸੁਨ ਕਰ ਸਦਨ ਆਪਨੇ ਗਇਓ, ਸੁਣ ਕੇ ਪੈਂਦੇ ਖਾਂ ਆਪਣੇ ਘਰ ਗਿਆ। ਸੁਤ ਸਮ ਜਾਨ ਮੋਦ ਮਨ ਲਇਓ, ਵੀ ਚਲੋ ਪਹਿਲਾ ਬੱਚਾ ਹੈ, ਲੜਕੀ ਹੈ, ਪੁੱਤਰ ਹੈ, ਕੋਈ ਗੱਲ ਨਹੀਂ। ਖੁਸ਼ ਹੋਇਆ ਬੜਾ ਵੀ ਚਲੋ ਮੇਰੇ ਘਰ ਧੀ ਜੰਮੀ ਹੈ। ਰੱਬ ਨੇ ਖੇਡਣ ਵਾਸਤੇ ਘਰ ਦੇ ਵਿੱਚ ਵਿਹੜੇ 'ਚ ਰੌਣਕ ਲੱਗ ਗਈ ਹੈ। ਪੀਛੇ ਹਸਤ ਗੁਰੂ ਜਬ ਹੇਰੇ, ਜਦੋਂ ਪੈਂਦੇ ਖਾਂ ਤੁਰ ਗਿਆ ਤੇ ਮਹਾਰਾਜ ਹੱਸਣ ਲੱਗ ਪਏ ਤੇ ਸਤਿਗੁਰਾਂ ਨੂੰ ਹੱਸਦਿਆਂ ਵੇਖ ਕੇ ਬੋਲਿਓ ਜੇਠਾ ਹੋਏ ਅਗੇਰੇ, ਭਾਈ ਜੇਠਾ ਜੀ ਹੱਥ ਜੋੜ ਕੇ ਪੁੱਛਦੇ ਹਨ, ਪੈਂਦੇ ਖਾਨ ਕੇ ਕੰਨਿਆ ਹੋਈ, ਮਹਾਰਾਜ ਪੈਂਦੇ ਖਾਂ ਦੇ ਘਰ ਕੁੜੀ ਜੰਮੀ ਹੈ। ਬਿਕਸਨ ਹੇਤ ਲਖਿਓ ਨਹਿ ਕੋਈ, ਪਰ ਆਪ ਜੀ ਬੜੇ ਪਿੱਛੋਂ ਦੇ ਜਾਣ ਤੋਂ ਹੱਸੇ ਕਿਉਂ? ਤੁਹਾਡੇ ਚਿਹਰੇ ਤੇ ਮੁਸਕਰਾਹਟ ਕਿਉਂ ਆਈ ਹੈ? ਕੋਈ ਐਵੇਂ ਤਾਂ ਤੁਸੀਂ ਹੱਸਦੇ ਨਹੀਂ, ਕੋਈ ਖਾਸ ਗੱਲ ਤੁਹਾਡੇ ਚਿਹਰੇ ਤੋਂ ਮਹਾਰਾਜ ਜਾਪਦੀ ਹੈ ਜੋ ਤੁਸੀਂ ਹੱਸੇ ਹੋ। ਸੁਨ ਗੁਰ ਕਹਿਓ ਜੰਗ ਕੋ ਕਾਰਨ, ਮਹਾਰਾਜ ਕਹਿੰਦੇ ਭਾਈ ਜੇਠਾ ਇਹ ਕੁੜੀ ਨਹੀਂ ਜੰਮੀ, ਇਹ ਤੇ ਕਲਾ ਜੰਮ ਪਈ ਹੈ। ਇਹ ਲੜਾਈ ਦਾ ਮੁੱਢ ਹੈ, ਇੱਥੋਂ ਜੰਗ ਸ਼ੁਰੂ ਹੋਣਾ। ਹਾਂਜੀ, ਉਪਜੇ ਬਨਹਿ ਤੁਰਕ ਗਨ ਮਾਰਨ, ਇਹ ਲੜਕੀ ਜੰਮੀ ਹੈ, ਇਹ 70-80 ਹਜ਼ਾਰ ਤੁਰਕਾਂ ਨੂੰ ਮਰਵਾਏਗੀ। ਫਿਰ ਇਹਦੇ ਕਰਕੇ ਬੜੇ ਤੁਰਕ ਮਾਰੇ ਜਾਣਗੇ। ਹਾਂਜੀ, ਕੁਛ ਕੁ ਭੇਦ ਜੇਠਾ ਸਮਝਾਇਓ, ਮਹਾਰਾਜ ਨੇ ਕੁਝ ਕੁ ਗੱਲ ਇਸ਼ਾਰੇ ਨਾਲ ਭਾਈ ਜੇਠੇ ਨੂੰ ਦੱਸੀ। ਸੋ ਅੱਗੇ ਚੱਲ ਕੇ ਕਥਾ ਆਉਣੀ ਹੈ। ਜਦੋਂ ਇਹ ਕੁੜੀ ਜਵਾਨ ਹੋਈ, ਵਿਆਹ ਦਿੱਤੀ ਉਸਮਾਨ ਖਾਂ ਦੇ ਨਾਲ, ਜਿਹੜਾ ਪੈਂਦੇ ਖਾਂ ਦਾ ਜਵਾਈ ਸੀ। ਉਹ ਬਾਬੇ ਗੁਰਦਿੱਤੇ ਦਾ ਬਾਜ ਉਹਨੇ ਚੋਰੀ ਕਰ ਲਿਆ ਤੇ ਕਰਤਾਰਪੁਰ ਦੇ ਜੰਗ ਦਾ ਮੁੱਢ ਵੱਜਾ। ਪੈਂਦਾ ਖਾਂ ਵੀ ਜਵਾਈ ਵੱਲ ਹੋ ਗਿਆ, ਪੈਂਦਾ ਖਾਂ ਵੀ ਮਾਰਿਆ ਗਿਆ, ਉਸਮਾਨ ਖਾਂ ਵੀ ਮਾਰਿਆ ਗਿਆ ਤੇ 78,000 ਫੌਜ ਲੈ ਕੇ ਆਏ ਸੀ ਕਾਲੇ ਖਾਂ ਦੀ, ਉਹ ਵੀ ਮਾਰੀ ਗਈ। ਸੋ ਮਹਾਰਾਜ ਪਹਿਲਾਂ ਹੀ ਬਚਨ ਕੀਤਾ, ਕਹਿੰਦੇ ਲੜਕੀ ਜੰਮੀ ਜਿਹੜੀ ਜੰਗ ਦਾ ਕਾਰਨ ਹੀ ਹੈ, ਲੜਾਈ ਦਾ ਹੀ ਮੁੱਢ ਹੈ। ਸੁਨ ਸਤਿਗੁਰ ਤੇ ਉਰ ਬਿਸਮਾਇਓ, ਭਾਈ ਜੇਠਾ ਜੀ ਬੜੇ ਹੈਰਾਨ ਹੋਏ ਵੀ ਹੈ ਮਹਾਰਾਜ ਸਾਹਿਬ ਜੀ ਕਿਹੜੇ ਬਚਨ ਕਰ ਰਹੇ ਆ, ਅੱਗੇ ਕੀ ਖੇਡ ਵਰਤਣੀ ਹੈ, ਕਦੋਂ ਇਹ ਕੁੜੀ ਜਵਾਨ ਹੋਵੇਗੀ, ਕਦੋਂ ਜੰਗ ਹੋਵੇਗਾ। ਹਾਂਜੀ, ਇਸੀ ਪ੍ਰਕਾਰ ਬਰਖ ਕੁਛ ਬੀਤੇ, ਇਸ ਤਰ੍ਹਾਂ ਕੁਝ ਸਾਲ ਬੀਤ ਗਏ, ਕੁਝ ਸਮਾਂ ਬੀਤ ਗਿਆ। ਸੁਦਾ ਸਰੋਵਰ ਬਹੁ ਸੁਖ ਲੀਤੇ, ਅੰਮ੍ਰਿਤਸਰ 'ਚ ਰਹਿੰਦਿਆਂ ਬੜੇ ਆਨੰਦ ਨਾਲ ਗੁਰੂ ਸਾਹਿਬ ਨੇ ਸੁਖ ਮਾਣਿਆ। ਸੰਗਤ ਸਿੱਖ ਅਨੇਕ ਉਧਾਰੈ, ਮਹਾਰਾਜ ਸ੍ਰੀ ਅੰਮ੍ਰਿਤਸਰ 'ਚ ਬੜੀਆਂ ਸੰਗਤਾਂ ਨੂੰ ਤਾਰਦੇ, ਹਰਿਮੰਦਰ ਸਾਹਿਬ 'ਚ ਕਥਾ ਕੀਰਤਨ ਹੁੰਦਾ, ਅਕਾਲ ਤਖਤ ਤੇ ਦੀਵਾਨ ਸਜਦੇ, ਲੰਗਰ ਚੱਲਦੇ ਹਨ। ਸਤਿਨਾਮ ਦੇ ਕੁਮਤ ਬਿਦਾਰੈ, ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਹੁੰਦਾ। ਸਭ ਲੋਕਾਂ ਨੂੰ ਨਾਮ ਜਪਣ ਦੀ ਸਿੱਖਿਆ ਮਿਲਦੀ ਹੈ। ਖੋਟੇ ਕਰਮਾਂ ਤੋਂ ਮਹਾਰਾਜ ਸਿੱਖਾਂ ਨੂੰ ਬਚਾਉਂਦੇ ਹਨ। ਮਾੜੇ ਕਰਮਾਂ ਤੋਂ ਰਹਿਤ ਕਰਕੇ ਪਰਮੇਸ਼ਰ ਦੇ ਭਜਨ ਵਿੱਚ ਜੋੜਦੇ ਹਨ। ਇੱਕ ਦਿਨ ਢਿਗ ਦਮੋਦਰੀ ਹੋਏ, ਇੱਕ ਦਿਨ ਦੀ ਗੱਲ ਹੈ, ਵੱਡੇ ਮਹਿਲ ਮਹਾਰਾਜ ਦੇ ਪੂਜਨੀਕ ਮਾਤਾ ਜੀ ਮਾਤਾ ਦਮੋਦਰੀ ਜੀ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋਏ ਨੇ। ਬੋਲੀ ਹਾਥ ਬੰਦ ਕਰ ਦੋਏ, ਹੱਥ ਜੋੜ ਕੇ ਮਾਤਾ ਦਮੋਦਰੀ ਨੇ ਬੇਨਤੀ ਕੀਤੀ ਹੈ, ਪੋਤਰਾ ਨਿਜ ਘਰ ਬਖਸ਼ਨ ਕਰੀਏ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਦੁਨੀਆ ਦੀਆਂ ਮੰਗਾਂ ਪੂਰੀਆਂ ਕਰਦੇ ਹੋ, ਸਭ ਦੀਆਂ ਝੋਲੀਆਂ ਭਰਦੇ ਹੋ, ਆਪਣੇ ਘਰ ਇੱਕ ਪੋਤਰਾ ਬਖਸ਼ੋ। ਬਾਬੇ ਗੁਰਦਿੱਤੇ ਜੀ ਦੇ ਵਿਆਹ ਨੂੰ ਕਈ ਦਿਨ ਹੋ ਗਏ, ਸਮਾਂ ਬੀਤ ਗਿਆ, ਕਿਰਪਾ ਕਰੋ ਆਪਣੀ ਵੀ ਪੀੜ੍ਹੀ ਅੱਗੇ ਚੱਲੇ, ਪੋਤਰਾ ਹੋਵੇ। ਕਿਰਪਾ ਦ੍ਰਿਸ਼ਟ ਇਹ ਮੋਹ ਪਰ ਧਰੀਏ ਹੈ, ਤੇ ਮੇਰੇ ਤੇ ਕਿਰਪਾ ਕਰੋ ਮੈਂ ਦਾਦੀ ਬਣ ਜਾਵਾਂ। ਹੇਰਨ ਕੋਚਿਤ ਚਾਵ ਕਨੇਰਾ, ਬੜਾ ਚਾਹ ਹੈ ਮਨ ਵਿੱਚ ਪੋਤਰਾ ਵੇਖਣ ਨੂੰ। ਕਰੋ ਮਨੋਰਥ ਪੂਰਨ ਮੇਰਾ, ਮੇਰਾ ਮਨੋਰਥ ਪੂਰਾ ਕਰੋ ਸੱਚੇ ਪਾਤਸ਼ਾਹ ਜੀ। ਸੁਨ ਕਰ ਨਾ ਕਰ ਗਿਰਾ ਬਖਾਨੀ, ਮਹਾਰਾਜ ਆਪਣੇ ਮਹਿਲ ਮਾਤਾ ਦਮੋਦਰੀ ਦੀ ਬੇਨਤੀ ਸੁਣ ਕੇ ਬੋਲੇ। ਹੋਏ ਪੋਤਰੇ ਜੁਗ ਲਿਹੁ ਮਨ ਜਾਣੀ, ਮਹਾਰਾਜ ਕਹਿਣ ਲੱਗੇ ਦਮੋਦਰੀ 2 ਪੋਤਰੇ ਹੋਣਗੇ, ਇਹ ਜਾਣ ਲੈ ਤੇਰੇ ਬਾਬੇ ਗੁਰਦਿੱਤੇ ਦੇ ਘਰ 2 ਪੁੱਤਰ ਜੰਮਣੇ ਹਨ। ਗੁਰੂ ਪਿਤਾ ਕੋ ਬਾਕ ਨ ਖਾਲੀ, ਸਾਡੇ ਪਿਤਾ ਜੀ ਮਹਾਰਾਜ 5ਵੇਂ ਪਾਤਸ਼ਾਹ ਜੀ ਦੀ ਬਾਣੀ ਖਾਲੀ ਨਹੀਂ ਜਾਣੀ, ਉਹਨਾਂ ਦੇ ਰਸਨਾ ਦੇ ਬੋਲ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਹਨ। ਹਾਂਜੀ, ਵਧੀ ਵੇਲ ਬਹੁ ਪੀੜੀ ਚਾਲੇ, ਮਹਾਰਾਜ 5ਵੇਂ ਪਾਤਸ਼ਾਹ ਦੀ ਬਾਣੀ ਹੈ, ਵਧੀ ਵੇਲ ਬਹੁ ਪੀੜੀ ਚਾਲੀ। ਗੁਰੂ ਰਾਮਦਾਸ ਦੀ ਵੇਲ ਵਧੀ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ ਉਦੋਂ ਇਹ ਸ਼ਬਦ ਉਚਾਰਿਆ ਸੀ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਮਾਏ ਆਏ ਕੀਆ ਨਿਵਾਸ,
ਮਾਤਾ ਕੈ ਮਨ ਬਹੁਤ ਬਿਗਾਸ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ। ਦਸੀ ਮਾਸੀ ਹੁਕਮ ਬਾਲਕ ਜਨਮ ਲੀਆ, ਮਿਟਿਆ ਸੋਗ ਮਹਾ ਆਨੰਦ ਥੀਆ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੇ ਮਨ ਭਾਵੈ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਏ ਅਚਿੰਤ ਏਕ ਲਿਵਲਾਇਆ। ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਪਾਣ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 396 ਅੰਗ ਤੇ ਸੁਭਾਏਮਾਨ। ਇਹ ਮਹਾਰਾਜ ਦਾ ਬਚਨ ਹੈ ਪੰਜਵੇਂ ਪਾਤਸ਼ਾਹ ਦਾ, ਵੀ ਇਹ ਵੇਲ ਵਧੀ ਹੈ ਤੇ ਵੱਧਦੀ ਜਾਏਗੀ। ਸੋ ਦਮੋਦਰੀ ਜੀ, ਤੁਹਾਡੇ ਘਰ 2 ਪੋਤਰੇ ਹੋਣਗੇ ਤੇ ਉੱਥੋਂ ਅੱਗੇ ਅੰਸ ਬੰਸ ਚੱਲੇਗਾ। ਸ੍ਰੀ ਗੁਰ ਦਿੱਤੇ ਕੇ ਸੁਤ ਦੋਏ, ਬਾਬੇ ਗੁਰਦਿੱਤੇ ਦੇ 2 ਪੁੱਤਰ ਹੋਣਗੇ। ਉਪਜਹਿ ਕੇਤਕ ਚਿਰ ਮਹਿ ਸੋਏ, ਕੁਝ ਸਮੇਂ 'ਚ ਪੈਦਾ ਹੋਣਗੇ। ਹਾਂਜੀ, ਪੂਰਨ ਹੋਏ ਮਨੋਰਥ ਤੇਰੇ। ਤੇਰੇ ਮਨੋਰਥ ਪੂਰੇ ਕਰੇਗਾ ਗੁਰੂ ਨਾਨਕ। ਕਰੋ ਪ੍ਰਮੋਦ ਪੌਤਰ ਕੋ ਤੇਰੇ। ਤੁਸੀਂ ਪੋਤਰਿਆਂ ਦੀ ਸੇਵਾ ਕਰਨੀ, ਪੋਤਰੇ ਖਿਡਾਣੇ, ਤੁਹਾਨੂੰ ਪਰਮੇਸ਼ਰ ਖੁਸ਼ੀਆਂ ਬਖਸ਼ੇਗਾ। ਦੋਹਰਾ ਸ੍ਰੀ ਸਤਿਗੁਰ ਬੜ ਪੁੱਤਰ ਕੋ, ਸਾਧ ਸੰਗਤ ਜੀ, ਮਹਾਰਾਜ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ, ਨਿਕਟ ਬੁਲਾਏ ਬਿਠਾਏ। ਉਹਨਾਂ ਨੂੰ ਇੱਕ ਦਿਨ 6ਵੇਂ ਪਾਤਸ਼ਾਹ ਨੇ ਆਪਣੇ ਕੋਲ ਬੁਲਾਇਆ। 5 ਪੁੱਤਰ ਸਨ ਮਹਾਰਾਜ ਦੇ। ਬਾਬਾ ਗੁਰਦਿੱਤਾ ਜੀ ਸਾਰਿਆਂ ਤੋਂ ਵੱਡੇ ਸਨ। ਉਹਨਾਂ ਨੂੰ ਬੁਲਾ ਕੇ ਹੋਇਓ ਤਰਨ ਵਿਸਾਲ ਬਲ, ਬਾਬਾ ਗੁਰਦਿੱਤਾ ਜੀ ਪੂਰੇ ਜਵਾਨ ਹੋ ਗਏ। 6.5 ਫੁੱਟ ਉੱਚਾ ਲੰਮਾ ਕੱਦ, ਬੜੇ ਸੁਨੱਖੇ ਸਨ, ਜਿਵੇਂ ਪਿਤਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ, ਇੱਦਾਂ ਬਾਬਾ ਗੁਰਦਿੱਤਾ ਜੀ ਵੀ ਬੜੇ ਸੋਹਣੇ ਸੁੰਦਰ ਸਰੂਪ ਵਾਲੇ ਸਨ। ਅਸ ਆਇਸ ਫੁਰਮਾਏ, ਮਹਾਰਾਜ ਆਪਣੇ ਪੁੱਤਰ ਨੂੰ ਇੱਦਾਂ ਹੁਕਮ ਦਿੱਤਾ ਬਾਬੇ ਗੁਰਦਿੱਤੇ ਨੂੰ ਚੌਪਈ ਸ੍ਰੀ ਕਰਤਾਰਪੁਰਾ ਨਿਜ ਥਾਨ, ਕਿ ਦੇਖੋ ਪੁੱਤਰ ਗੁਰਦਿੱਤਾ ਜੀ, ਸ੍ਰੀ ਕਰਤਾਰਪੁਰ ਜਲੰਧਰ ਦੇ ਲਾਗੇ ਆਪਣੇ ਪਿਤਾ ਜੀ ਮਹਾਰਾਜ ਤੁਹਾਡੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਹੈ। ਹਮਰੇ ਪਿਤ ਕੋ ਰਚਿਤ ਮਹਾਨ, ਉਹ ਸਾਡੇ ਪਿਤਾ ਜੀ ਨੂੰ ਬੜੀ ਧਰਤੀ ਪਸੰਦ ਆਈ ਸੀ। ਉਹਨਾਂ ਨੇ ਹੀ ਨਾਮ ਰੱਖਿਆ ਸੀ ਕਰਤਾਰਪੁਰ, ਤੇ ਗੰਗਸਰ ਖੂਹ ਉੱਥੇ ਲਵਾਇਆ ਸੀ। ਹਾਂਜੀ, ਬਹਚਿਰ ਕਾਲ ਨ ਗਮਨੇ ਤਹਾਂ, ਬਹੁਤ ਚਿਰ ਹੋ ਗਿਆ ਉੱਥੇ ਗਏ ਨਹੀਂ, ਤੁਸੀਂ ਉੱਥੇ ਜਾਓ। ਪ੍ਰਜਾ ਬਸਤ ਹੈ ਆਪਣੀ ਜਹਾਂ, ਉੱਥੇ ਆਪਣੀ ਸੰਗਤ ਰਹਿੰਦੀ ਹੈ, ਆਪਣੇ ਸਿੱਖ ਰਹਿੰਦੇ ਵਸਦੇ ਹਨ ਕਰਤਾਰਪੁਰ ਦੇ ਵਿੱਚ, ਜਲੰਧਰ ਦੇ ਵਿੱਚ। ਤਹਾਂ ਸਮੀਪ ਸੰਗਤਾਂ ਬ੍ਰਿੰਦ, ਉੱਥੇ ਸੰਗਤਾਂ ਬੜੀਆਂ ਦੁਆਬੇ ਦੀਆਂ ਸੰਗਤਾਂ ਉਸ ਖੂਹ ਤੇ ਆ ਕੇ ਇਸ਼ਨਾਨ ਕਰਦੀਆਂ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਥੰਮ ਦੇ ਦਰਸ਼ਨ ਕਰਦੀਆਂ ਨੇ। ਦਿਵਸ ਪੁਰਬ ਕੇ ਚਹਿਤ ਬਿਲੰਦ, ਤੇ ਪੂਰਬਾ ਵਿਸਾਖੀ ਹੋਵੇ, ਦੀਵਾਲੀ ਹੋਵੇ, ਸੰਗਰਾਂਦ ਹੋਵੇ, ਗੁਰਪੁਰਬ ਹੋਵੇ, ਮੱਸਿਆ ਪੂਰਨਮਾਸ਼ੀ, ਉੱਥੇ ਬਹੁਤ ਸੰਗਤਾਂ ਆਉਂਦੀਆਂ ਇਸ਼ਨਾਨ ਕਰਨ ਵਾਸਤੇ। ਗੁਰੂ ਅਰਜਨ ਦੇਵ ਜੀ ਦੇ ਖੂਹ ਤੇ ਆ ਕੇ ਇਸ਼ਨਾਨ ਕਰਦੀਆਂ ਨੇ। ਦਰਸ਼ਨ ਕਰਨ ਉਪਾਇਨ ਦੇਬੇ, ਔਰ ਮਹਾਰਾਜ ਦੇ ਦਰਸ਼ਨ ਕਰਕੇ ਭੇਟਾ ਅਰਪਣ ਕਰਦੀਆਂ ਨੇ। ਹਿਰਦੇ ਕਾਮਨਾ ਬਾਂਛਤ ਲੈਬੇ, ਔਰ ਜੋ ਵੀ ਮਨ ਦੀ ਕਾਮਨਾ ਹੁੰਦੀ ਹੈ ਉੱਥੇ ਪੂਰੀ ਹੁੰਦੀ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਅਰਦਾਸ ਕਰਕੇ ਸੰਗਤਾਂ ਮੂੰਹ ਮੰਗੀਆਂ ਮੁਰਾਦਾਂ ਪਾਉਂਦੀਆਂ ਨੇ। ਤੁਮ ਸਭਾਰ ਜਾ ਬਸ ਇਹ ਜਾਏ, ਪੁੱਤਰ ਗੁਰਦਿੱਤਾ ਜੀ, ਤੁਸੀਂ ਆਪਣੀ ਪਤਨੀ ਨੂੰ ਲੈ ਜਾਓ ਤੇ ਕਰਤਾਰਪੁਰ ਜਾ ਕੇ ਰਹੋ। ਕਬ ਹਮ ਮਿਲ ਹੈ ਕਬ ਹੈ ਤੁਮ ਆਏ, ਕਦੀ ਤੁਸੀਂ ਆ ਜਾ ਕਰੋ ਮਿਲਣ ਲਈ ਅੰਮ੍ਰਿਤਸਰ, ਕਦੀ ਅਸੀਂ ਉੱਥੇ ਕਰਤਾਰਪੁਰ ਆ ਜਾ ਕਰਾਂਗੇ ਤੁਹਾਨੂੰ ਮਿਲਣ ਵਾਸਤੇ। ਉਹ ਜਗ੍ਹਾ ਆਪਣਾ ਮੇਨ ਕੇਂਦਰ ਹੈ ਦੁਆਬੇ 'ਚ ਸਿੱਖੀ ਦੇ ਪ੍ਰਚਾਰ ਦਾ। ਤੁਸੀਂ ਵੱਡੇ ਹੋ, ਤੁਸੀਂ ਉੱਥੇ ਚਲੇ ਜਾਓ। ਸ੍ਰੀ ਗੁਰ ਦਿੱਤੇ ਸੁਨ ਪਿਤ ਬਾਤ, ਮਹਾਰਾਜ ਸਾਹਿਬ 6ਵੇਂ ਪਾਤਸ਼ਾਹ ਜੀ ਦੇ ਬਚਨ ਜਦੋਂ ਬਾਬਾ ਗੁਰਦਿੱਤਾ ਜੀ ਨੇ ਸੁਣੇ, ਹੁਕਮ ਸਿਰ ਮੱਥੇ ਤੇ ਮੰਨਿਆ। ਮਾਨੀ ਸਿਰ ਧਰ ਕਰ ਮੁਦਗਾਤ, ਪ੍ਰਸੰਨਤਾ ਦੇ ਨਾਲ ਪਿਤਾ ਜੀ ਦਾ ਹੁਕਮ ਮੰਨ ਕੇ ਬਾਬਾ ਗੁਰਦਿੱਤਾ ਜੀ ਨੇ ਮਾਤਾ ਕੋ ਬਿਦ ਸਕਲ ਸੁਨਾਈ, ਆਪਣੀ ਮਾਤਾ ਦਮੋਦਰੀ ਜੀ ਨੂੰ ਦੱਸਿਆ, ਮਾਤਾ ਜੀ ਮੈਨੂੰ ਪਿਤਾ ਜੀ ਦਾ ਹੁਕਮ ਹੈ ਵੀ ਆਪਣੀ ਪਤਨੀ ਨਤੀ ਨੂੰ ਲੈ ਕੇ ਮੈਂ ਸ੍ਰੀ ਕਰਤਾਰਪੁਰ ਸਾਹਿਬ ਚਲਾ ਜਾਵਾਂ, ਜਲੰਧਰ ਦੇ ਇਲਾਕੇ ਵਿੱਚ। ਕਹਿ ਦਾਸਨ ਤਿਆਰੀ ਕਰਵਾਈ, ਤੇ ਸੇਵਾਦਾਰਾਂ ਨੂੰ ਕਹਿ ਕੇ, ਦਾਸਾਂ ਨੂੰ ਕਹਿ ਕੇ ਤਿਆਰੀਆਂ ਵੀ ਕਰਵਾ ਲਈਆਂ।
प्रथम बिमातन को कर नमो। ਪਹਿਲਾਂ ਮਾਤਾ ਨਾਨਕੀ ਤੇ ਮਾਤਾ ਮਹਾਂਦੇਵੀ ਜਿਹੜੀਆਂ ਮਤਰੇਈਆਂ ਮਾਵਾਂ ਸਨ ਉਹਨਾਂ ਨੂੰ ਮੱਥਾ ਟੇਕਿਆ ਹੈ। मिलद मोदरी सो तिस समो। ਫਿਰ ਮਾਤਾ ਦਮੋਦਰੀ ਆਪਣੇ ਜਨਮ ਦੇਣ ਵਾਲੀ ਮਾਂ ਨੂੰ ਮਿਲਿਆ ਬਾਬਾ ਗੁਰਦਿੱਤਾ। सहत सनूखा सुत को हेरे। ਫਿਰ ਮਾਤਾ ਦਮੋਦਰੀ ਨੇ ਆਪਣੀ ਨੂੰਹ 29 ਨੂੰ ਤੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵੇਖਿਆ ਪਿਆਰ ਨਾਲ। आशिक देत दलार ਸਿਰ कन्हेरे। ਤੇ ਹੱਥ ਫੇਰ ਕੇ ਨੂੰਹ ਪੁੱਤਰ ਨੂੰ ਅਸੀਸਾਂ ਦਿੱਤੀਆਂ ਨੇ ਮਾਂ ਨੇ। शुभ सिखिया दोनों हो कहो कही। ਔਰ ਆਪਣੇ ਪੁੱਤਰ ਨੂੰ ਤੇ ਆਪਣੀ ਨੂੰਹ ਨੂੰ ਚੰਗੀ ਸਿੱਖਿਆ ਦਿੱਤੀ ਹੈ। हृदय बिछुड़बो चाहत नहीं। ਮਾਤਾ ਦਮੋਦਰੀ ਜੀ ਵਿਛੜਨਾ ਨਹੀਂ ਚਾਹੁੰਦੇ, ਆਪਣੇ ਪੁੱਤਰ ਨੂੰ ਦੂਰ ਨਹੀਂ ਕਰਨਾ ਚਾਹੁੰਦੇ। तऊ पिता की आयस जान। ਬਾਬਾ ਗੁਰਦਿੱਤਾ ਜੀ ਵੀ ਨਹੀਂ ਵਿਛੜਨਾ ਚਾਹੁੰਦੇ, ਪਰ ਪਿਤਾ ਜੀ ਦੀ ਆਗਿਆ ਮੰਨ ਕੇ ਹੁਣ ਇਹ ਜਾਣਾ ਹੀ ਪੈਣਾ ਕਰਤਾਰਪੁਰ ਸਾਹਿਬ। श्री हर मंदिर बंधन ठान। ਬਾਬਾ ਗੁਰਦਿੱਤਾ ਜੀ ਜਾਣ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਹੈ श्री हर गोबिंद को कर नमो। ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਮੱਥਾ ਟੇਕਿਆ, ਅਕਾਲ ਤਖਤ ਸਾਹਿਬ ਤੇ ਦਰਸ਼ਨ ਕੀਤੇ ਹਨ। मार्ग चलत पहे तिह समो। ਧੰਨ ਧੰਨ ਬਾਬਾ ਗੁਰਦਿੱਤਾ ਜੀ ਆਪਣੀ ਧਰਮ ਪਤਨੀ ਮਾਤਾ ਨਤੀ ਜੀ ਨੂੰ ਲੈ ਕੇ, ਕੁਝ ਫੌਜ ਨਾਲ ਲੈ ਕੇ, ਕੁਝ ਸੇਵਾਦਾਰ ਨਾਲ ਲੈ ਕੇ, ਗੱਡਿਆਂ ਗੜਵੈਲਾਂ ਰੱਥਾਂ ਤੇ ਸਵਾਰ ਹੋ ਕੇ ਇਹ ਸ੍ਰੀ ਕਰਤਾਰਪੁਰ ਸਾਹਿਬ ਨੂੰ ਚਲੇ ਗਏ ਹਨ। एक निस को बिताए मग माही। ਰਸਤੇ 'ਚ ਇੱਕ ਰਾਤ ਰਹਿ ਕੇ ਤੇ ਦੂਜੇ ਦਿਨ ਕਰਤਾਰਪੁਰ ਪਹੁੰਚ ਗਏ ਹਨ, श्री करतारपुरा थल जाही। ਜਿੱਥੇ ਕਰਤਾਰਪੁਰ ਗੁਰੂ ਕੀ ਨਗਰੀ ਹੈ। हेर प्रवेशे बासो ठान। ਉੱਥੇ ਆ ਗਏ ਨੇ ਸਾਧ ਸੰਗਤ ਜੀ। ਕਰਤਾਰਪੁਰ ਦੋ ਨੇ, ਇੱਕ ਪਾਕਿਸਤਾਨ ਵਿੱਚ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋ ਸਥਾਨ ਹੈ ਰਾਵੀ ਦੇ ਕੰਢੇ ਤੇ, ਦੂਜਾ ਕਰਤਾਰਪੁਰ ਪੰਜਵੇਂ ਪਾਤਸ਼ਾਹ ਦਾ ਬਣਾਇਆ ਹੋਇਆ ਜਲੰਧਰ ਦੇ ਇਲਾਕੇ ਵਿੱਚ। ਇਹ ਜਲੰਧਰ ਵਾਲੇ ਕਰਤਾਰਪੁਰ ਵਿਖੇ ਬਾਬਾ ਜੀ ਬਾਬਾ ਗੁਰਦਿੱਤਾ ਜੀ ਆ ਵਸੇ ਹਨ। आयो मेल विसोवा जान। ਵਿਸਾਖੀ ਦਾ ਮੇਲਾ ਨੇੜੇ ਆ ਗਿਆ ਹੈ। दिवस विसाखी के तह जाए। ਵਿਸਾਖੀ ਦੇ ਮੇਲੇ ਤੇ ਉੱਥੇ ਬਾਬਾ ਜੀ ਨੇ ਗੰਗਸਰ ਖੂਹ ਤੇ ਮੇਲਾ ਲਵਾਇਆ ਹੈ। बहु सिख संगत भेंट चढ़ाई। ਜਿਹੜੀ ਦੁਆਬੇ ਦੀ ਸੰਗਤ ਹੈ ਕਰਤਾਰਪੁਰ ਦੇ ਇਲਾਕੇ ਦੀ, ਇੱਧਰ ਸਾਧ ਸੰਗਤ ਜੀ ਜਲੰਧਰ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ, ਕਪੂਰਥਲਾ, ਇਹ ਸਾਰਾ ਦੁਆਬਾ ਦੇਸ਼ ਹੈ। ਇੱਥੋਂ ਦੀਆਂ ਸੰਗਤਾਂ ਕਰਤਾਰਪੁਰ ਹੀ ਇਕੱਠੀਆਂ ਹੁੰਦੀਆਂ। ਉਹ ਸਾਰੀਆਂ ਇੱਥੇ ਕਰਤਾਰਪੁਰ ਬਾਬਾ ਗੁਰਦਿੱਤਾ ਜੀ ਦਾ ਆਉਣਾ ਸੁਣ ਕੇ ਇਕੱਠੀਆਂ ਹੋ ਗਈਆਂ ਹਨ। जिम गुर कहियो मान पित बैन। ਜਿਵੇਂ ਗੁਰੂ ਛੇਵੇਂ ਪਾਤਸ਼ਾਹ ਨੇ ਹੁਕਮ ਲਾਇਆ ਸੀ ਵੀ ਤੁਸੀਂ ਉੱਥੇ ਵਿਸਾਖੀ ਦਾ ਮੇਲਾ ਲਵਾਇਆ ਕਰੋ, ਸੰਗਤਾਂ 'ਚ ਸਿੱਖੀ ਦਾ ਪ੍ਰਚਾਰ ਹੋਵੇਗਾ। ਇਹ ਮਹਾਰਾਜ ਸਾਹਿਬ ਜੀ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਮੇਲਾ ਲਵਾਇਆ ਹੈ। बस्यो सदारा कर तह ऐन। ਪਤਨੀ ਸਮੇਤ ਉੱਥੇ ਗੁਰੂ ਕੇ ਮਹਿਲ ਜਿਹੜੇ ਅੱਜ ਕੱਲ੍ਹ ਵੀ ਮੌਜੂਦ ਹਨ। ਅੱਜ ਕੱਲ੍ਹ ਬਾਬਾ ਧੀਰਮਲ ਜੀ ਦਾ ਪਰਿਵਾਰ ਉੱਥੇ ਰਹਿੰਦਾ ਹੈ, ਜਿਨ੍ਹਾਂ ਨੂੰ ਸੋਢੀ ਸਾਹਿਬਜ਼ਾਦੇ ਕਹਿੰਦੇ, ਧੀਰਮਲੀਏ, ਉੱਥੇ ਰਹਿੰਦੇ ਹਨ। ਉਸ ਘਰ ਦੇ ਵਿੱਚ ਬਾਬਾ ਗੁਰਦਿੱਤਾ ਜੀ ਰਹਿਣ ਲੱਗ ਪਏ ਹਨ। 1683 साल। ਸੰਮਤ 1683 ਬਿਕਰਮੀ ਦੇ ਵਿੱਚ माघ मास 14ਵੀਂ ਕਾਲ। ਤੇ ਮਾਘ ਦਾ ਮਹੀਨਾ ਤੇ ਮਾਘ ਦੀ 13ਵੀਂ ਤਿਥੀ ਨੂੰ ਵਾਰ ਸ਼ਨਿਛਰ ਜਬ ਹੀ ਆਇਓ। ਸ਼ਨੀਵਾਰ ਦਾ ਦਿਨ ਆਇਆ ਹੈ। ਨਤੀ ਤੇ ਪ੍ਰਸੂਤ ਸਿਸ ਭਇਓ। ਸਾਧ ਸੰਗਤ ਜੀ, ਮਾਤਾ ਨਤੀ ਜੀ ਆਪਣੇ ਉਦਰ ਤੋਂ ਪੁੱਤਰ ਨੂੰ ਜਨਮ ਦਿੱਤਾ ਹੈ। ਸੁਨ ਸਭ ਮਹਿ ਬੜ ਆਨੰਦ ਹੋਵਾ। ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ। ਗੁਰੂ ਹਰਗੋਬਿੰਦ ਸਾਹਿਬ ਦਾ ਵੱਡਾ ਪੋਤਰਾ ਪੈਦਾ ਹੋਇਆ ਹੈ ਔਰ ਬਾਬਾ ਜੀ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਪੈਦਾ ਹੋਇਆ ਹੈ। ਦਰਬਦਾਨ ਦੇ ਮੰਗਲ ਜੋਵਾ। ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਸੰਗਤਾਂ ਨੇ ਬਹੁਤ ਲੰਗਰ ਲਾਏ ਹਨ, ਦਾਨ ਪੁੰਨ ਕੀਤੇ ਹਨ। ਸੁਨ ਸੁਨ ਗਨ ਮੰਗਨ ਕੋ ਆਏ। ਜਦੋਂ ਪਤਾ ਲੱਗਾ ਵੀ ਬਾਬੇ ਗੁਰਦਿੱਤੇ ਦੇ ਘਰ ਪੁੱਤਰ ਦਾ ਜਨਮ ਹੋਇਆ, ਬੜੀਆਂ ਗਰੀਬ ਜਿਹੜੇ ਲੋਕ ਮੰਗਤੇ ਸਨ ਉਹ ਵੀਰਾਂ ਘੱਤ ਕੇ ਆ ਗਏ ਨੇ ਦਾਨ ਲੈਣ ਵਾਸਤੇ। ਸ਼੍ਰੀ ਗੁਰ ਦਿੱਤੇ ਔਰ ਹਰਿ ਤੇ ਖਾਏ। ਬਾਬਾ ਗੁਰਦਿੱਤਾ ਜੀ ਨੇ ਖੁਸ਼ੀ ਵਿੱਚ ਸਾਰਿਆਂ ਦੀ ਝੋਲੀ ਭਰੀ, ਕਿਸੇ ਨੂੰ ਨਿਰਾਸ਼ ਨਹੀਂ ਕੀਤਾ। ਜੋ ਵੀ ਕਿਸੇ ਨੇ ਮੰਗਿਆ ਉਹੀ ਦੇ ਦਿੱਤਾ ਹੈ। ਜਥਾ ਜੋਗ ਧਨ ਗਨ ਬਰਤਾਇਓ। ਬਹੁਤ ਧਨ ਵਰਤਾਇਆ ਗਿਆ ਹੈ। ਸੁਧ ਹਿਤ ਸੇਵਕ ਤੁਰਕ ਪਠਾਇਓ। ਔਰ ਸੇਵਾਦਾਰ ਭੇਜਿਆ ਅੰਮ੍ਰਿਤਸਰ ਖਬਰ ਦੇਣ ਲਈ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਕਿ ਸਤਿਗੁਰੂ ਜੀ ਤੁਹਾਨੂੰ ਵਧਾਈ ਹੋਵੇ,
ਤੁਹਾਡੇ ਘਰ ਪੋਤਰੇ ਦਾ ਜਨਮ ਹੋਇਆ ਹੈ। ਆਏ ਸੁਧਾਸਰ ਸਤਿਗੁਰ ਪਾਸੀ। ਸਾਧ ਸੰਗਤ ਜੀ, ਇਹ ਖਬਰ ਜਦੋਂ ਸ੍ਰੀ ਅੰਮ੍ਰਿਤਸਰ ਪਹੁੰਚੀ ਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਦੇ ਕੋਲ, ਪੌਤਰ ਜਨਮ ਕੀ ਬਾਤ ਪ੍ਰਕਾਸ਼ੀ। ਵਧਾਈ ਦਿੱਤੀ ਸਿੱਖਾਂ ਨੇ। ਮਹਾਰਾਜ ਵਧਾਈ ਹੋਵੇ, ਪੋਤਰਾ ਆਇਆ ਆਪ ਜੀ ਦੇ ਘਰ। ਸ਼੍ਰੀ ਹਰਿ ਗੋਬਿੰਦ ਮੰਗਲ ਕੀਨਾ। ਮਹਾਰਾਜ ਨੇ ਬੜੀਆਂ ਖੁਸ਼ੀਆਂ ਮਨਾਈਆਂ, ਬੜੇ ਮੰਗਲਾਚਾਰ ਹੋਏ ਤੇ ਲੰਗਰ ਅੰਮ੍ਰਿਤਸਰ ਵਿੱਚ ਵੀ ਉਦਾਂ ਹੀ ਲੱਗੇ, ਖੀਰਾਂ ਕੜਾਹ ਪੂੜੀਆਂ ਵਧੀਆ ਵਧੀਆ, ਤੇ ਗਰੀਬ ਮੰਗਤਿਆਂ ਨੂੰ ਵੀ ਉੱਥੋਂ ਵੀ ਮਾਤਾ ਦਮੋਦਰੀ ਨੇ ਦਾਦੀ ਜੋ ਬਣ ਗਈ, ਬੜਾ ਦਾਨ ਪੁੰਨ ਕੀਤਾ। ਤੇ ਮਹਾਰਾਜ ਹੱਸ ਕੇ ਕਹਿੰਦੇ ਸਾਡਾ ਤਾਇਆ ਮੁੜ ਕੇ ਆ ਗਿਆ। ਕਹਿੰਦੇ ਉਸ ਵੇਲੇ ਤੇ ਕਿਸੇ ਨੂੰ ਸਮਝ ਨਹੀਂ ਆਈ, ਫਿਰ ਪਤਾ ਲੱਗਾ ਸੀ ਜਦੋਂ ਬਾਅਦ ਵਿੱਚ ਇਹ ਵੱਡੇ ਸਾਹਿਬਜ਼ਾਦੇ ਵੱਡੇ ਪੋਤਰੇ ਸਨ। ਇਹ ਕੌਣ ਸਨ? ਬਾਬਾ ਧੀਰਮਲ ਜੀ। ਇਹਨਾਂ ਦਾ ਨਾਮ ਧੀਰਮਲ ਰੱਖਿਆ। ਸੋ ਇਹ ਸੁਭਾਅ ਇਹਨਾਂ ਦਾ ਇਸ ਤਰ੍ਹਾਂ ਦਾ ਸੀ ਵੀ ਇਹ ਸਤਿਗੁਰਾਂ ਦੇ ਹੁਕਮ 'ਚ ਨਹੀਂ ਚੱਲੇ, ਵੱਖਰੀ ਸਾਖਾ ਚਲਾ ਲਈ ਸੀ, ਰਹੋ ਵਿਚਾਰ। ਸੋ ਬਾਬਾ ਧੀਰਮਲ ਜੀ ਦਾ ਜਨਮ ਹੋਇਆ ਤੇ ਸ੍ਰੀ ਅੰਮ੍ਰਿਤਸਰ ਤੇ ਕਰਤਾਰਪੁਰ ਵਿੱਚ ਬੜੀ ਖੁਸ਼ੀ ਮਨਾਈ ਗਈ ਹੈ। ਜਾਚਕ ਗਨ ਕੋ ਧਨ ਬਹੁ ਦੀਨਾ। ਮੰਗਤਿਆਂ ਨੂੰ ਖੁੱਲਾ ਦਾਨ ਪੁੰਨ ਕੀਤਾ ਹੈ। ਸੁਨ ਦਮੋਦਰੀ ਆਨੰਦ ਕਰੰਤੀ। ਮਾਤਾ ਦਮੋਦਰੀ ਬੜੀ ਖੁਸ਼ ਹੈ, ਮੇਰੇ ਘਰ ਪੋਤਰਾ ਹੋਇਆ ਹੈ। ਹੋਤ ਵਧਾਈ ਦਰਬ ਦੇਵੰਤੀ। ਤੇ ਪੋਤਰੇ ਦੀਆਂ ਵਧਾਈਆਂ ਮਿਲ ਰਹੀਆਂ ਨੇ ਤੇ ਮਾਤਾ ਖੁੱਲੇ ਹੱਥੀਂ ਦਾਨ ਪੁੰਨ ਕਰ ਰਹੀ ਹੈ। ਜਥਾ ਜੋਗ ਪਹ ਮੰਗਲਚਾਰ। ਬੜਾ ਮੰਗਲਾਚਾਰ ਹੋਇਆ, ਬੜੀ ਖੁਸ਼ੀ ਹੋਈ ਹੈ। ਹਰਖ ਪਾਏ ਸਗਰੋ ਪਰਿਵਾਰ। ਸਾਰਾ ਪਰਿਵਾਰ ਖੁਸ਼ ਹੈ। ਸ਼੍ਰੀ ਸਤਿਗੁਰ ਢਿਗ ਸੰਗਤ ਆਵੈ। ਸਾਧ ਸੰਗਤ ਜੀ, ਮਹਾਰਾਜ ਦੇ ਕੋਲ ਬੇਅੰਤ ਸੰਗਤਾਂ ਆ ਰਹੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਜੀ ਨੂੰ ਵਧਾਈ ਦੇਣ ਵਾਸਤੇ। ਪਾਏ ਕਾਮਨਾ ਭੇਟ ਚੜਾਵੈ। ਜੋ ਕੋਈ ਮਨੋ ਕਾਮਨਾ ਕਰਦਾ ਉਹ ਪੂਰੀ ਹੁੰਦੀ ਹੈ। ਸੰਗਤਾਂ ਆਪਣੀਆਂ ਭੇਟਾਵਾਂ ਵੀ ਚੜਾਉਂਦੀਆਂ ਨੇ ਤੇ ਮਹਾਰਾਜ ਕੋਲੋਂ ਮੂੰਹ ਮੰਗੀਆਂ ਮੁਰਾਦਾਂ ਵੀ ਪ੍ਰਾਪਤ ਕਰਦੀਆਂ ਨੇ। ਦਿਵਸ ਪੁਰਬ ਕੇ ਆਵਹਿ ਮੇਲਾ। ਕੋਈ ਵੀ ਪੂਰਬ ਹੋਵੇ, ਦੀਵਾਲੀ ਦਾ, ਵਿਸਾਖੀ ਦਾ, ਉਹ ਮੇਲਾ ਜ਼ਰੂਰ ਲੱਗਦਾ ਹੈ। ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਉਹਨਾਂ ਦਿਨਾਂ 'ਚ ਇਹਨਾਂ ਦਿਹਾੜਿਆਂ ਉੱਤੇ ਸੰਗਤਾਂ ਛੁੱਟੀਆਂ ਕਰਦੀਆਂ। ਅੱਜ ਕੱਲ੍ਹ ਕਈ ਲੋਕ ਕਹਿ ਦਿੰਦੇ ਆ ਆਖੇ ਜੀ ਇਹ ਮੱਸਿਆ ਸੰਗਰਾਂਦ ਤੇ ਬਾਹਮਣਾਂ ਦੀ ਹੈ। ਪਤਾ ਨਹੀਂ ਵੀ ਸੰਗਰਾਂਦ ਮੱਸਿਆ ਵਾਲੇ ਦਿਨ ਦੂਜੀ ਕੌਮ ਰੋਟੀ ਨਹੀਂ ਖਾਂਦੀ, ਕਿ ਮੁਸਲਮਾਨ ਭੁੱਖ ਹੜਤਾਲ ਕਰਦੇ ਨੇ, ਜਾਂ ਈਸਾਈ ਲੋਕ ਰੋਟੀ ਨਹੀਂ ਖਾਂਦੇ। ਇਹ ਪਤਾ ਨਹੀਂ ਕਿੱਥੋਂ ਅਸੀਂ ਇਹ ਸੋਚ ਲਿਆ ਵੀ ਮੱਸਿਆ ਪੂਰਨਮਾਸ਼ੀ ਬਾਹਮਣਾਂ ਦੀ, ਫਿਰ ਸਾਡੇ ਕੋਲ ਕੀ ਹੈ? ਸੰਡੇ ਮੰਡੇ ਤੇ ਫਿਰ ਗੋਰਿਆਂ ਦੇ ਨੇ ਨਾ। ਸੈਚਰਡੇ ਸੰਡੇ ਦੀ ਵੀਕਐਂਡ ਦੀ ਛੁੱਟੀ ਚਲਾਈ ਅੰਗਰੇਜ਼ਾਂ ਨੇ। ਜਦੋਂ ਇੰਡੀਆ ਦੇ ਵਿੱਚ ਕਬਜ਼ਾ ਕੀਤਾ ਅੰਗਰੇਜ਼ਾਂ ਨੇ, ਸਿਸਟਮ ਬਣਾਇਆ, ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੇ ਤਰੀਕੇ ਨਾਲ, ਕਾਨੂੰਨ ਵੀ ਆਪਣੇ ਤਰੀਕੇ ਨਾਲ, ਪੜ੍ਹਾਈ ਵੀ ਆਪਣੇ ਤਰੀਕੇ ਨਾਲ, ਤੇ ਸਰਕਾਰੀ ਨੌਕਰੀਆਂ, ਮਹਿਕਮੇ, ਰੇਲਵੇ ਦਾ ਮਹਿਕਮਾ, ਪੁਲਿਸ ਦਾ ਮਹਿਕਮਾ, ਡਾਕ ਦਾ ਮਹਿਕਮਾ, ਸਹੂਲਤਾਂ ਦੇ ਹਿਸਾਬ ਨਾਲ ਉਹਨਾਂ ਨੇ ਸਾਰਾ ਸਿਸਟਮ ਬਣਾਇਆ। ਜਿਹੜਾ ਪੁਰਾਣਾ ਸਿਸਟਮ ਸੀ ਉਹ ਸੀ ਮੱਸਿਆ ਦੀ ਛੁੱਟੀ, ਪੂਰਨਮਾਸ਼ੀ ਦੀ ਛੁੱਟੀ, ਸੰਗਰਾਂਦ ਦੀ ਛੁੱਟੀ। ਵੀ ਮਹੀਨੇ ਦਾ ਪਹਿਲਾ ਦਿਨ ਹੈ, ਸੰਗਰਾਂਦ ਹੈ, ਮੰਦਰ ਗੁਰਦੁਆਰੇ ਜਾਓ, ਪੂਜਾ ਪਾਠ ਕਰੋ, ਰੱਬ ਦਾ ਨਾਮ ਲਓ, ਬਾਕੀ ਦਿਨ ਕੰਮ ਕਰੋ। ਫਿਰ ਮੱਸਿਆ ਵਾਲੇ ਦਿਨ ਤੇ ਜਾਂ ਫਿਰ ਪੂਰਨਮਾਸ਼ੀ ਵਾਲੇ ਦਿਨ ਕੰਮ ਦੀ ਛੁੱਟੀ ਕਰ ਲਓ, ਨਹਾ ਧੋ ਲਓ, ਕੱਪੜੇ ਧੋ ਲਓ, ਕੋਈ ਆਰਾਮ ਕਰ ਲਓ। ਇਹ ਸਿਸਟਮ। ਹੁਣ ਸਾਨੂੰ ਸੈਚਰਡੇ ਸੰਡੇ ਦੀ ਛੁੱਟੀ ਹੈ। ਉਹੀ ਗੱਲ ਹੈ, ਮਹੀਨੇ 'ਚ 7-8 ਛੁੱਟੀਆਂ ਇੱਧਰੋਂ ਆ ਜਾਂਦੀਆਂ, ਉੱਧਰੋਂ ਵੀ ਆ ਜਾਂਦੀਆਂ ਸੀ, ਕਿਉਂਕਿ ਮੱਸਿਆ 15 ਦਿਨ ਬਾਅਦ, ਫਿਰ 15 ਦਿਨ ਪੂਰਨਮਾਸ਼ੀ, ਤੇ ਫਿਰ ਸੰਗਰਾਂਦ, ਫਿਰ ਅਸ਼ਟਮੀ ਦੀ ਛੁੱਟੀ ਕਰ ਲੈਂਦੇ ਸੀ। ਪੜ੍ਹਾਈ ਵਾਲੇ ਸਕੂਲਾਂ ਵਾਲੇ ਵੀ ਇਉਂ ਕਰਦੇ ਸੀ। ਹੁਣ ਸੈਚਰਡੇ ਸੰਡੇ ਕਰਦੇ ਆ। ਤੋ ਇਹਦੇ ਵਿੱਚ ਭਾਈ ਹਿੰਦੂ ਮੁਸਲਮਾਨ ਦਾ ਸਵਾਲ ਨਹੀਂ ਹੈ। ਇਹ ਤਾਂ ਸਮੇਂ ਦੀਆਂ ਜਿਹੜੀਆਂ ਸਮਾਜ ਦੀਆਂ ਰੀਤੀ ਰਿਵਾਜ ਸਨ ਉਹ ਸਨ। ਗੁਰੂ ਸਾਹਿਬ ਜੀ ਦੇ ਇੱਕ ਸਮੇਂ ਵੀ ਪੂਰਨਮਾਸ਼ੀ ਨੂੰ, ਮੱਸਿਆ ਨੂੰ ਸੰਗਤਾਂ ਨੂੰ ਛੁੱਟੀ ਹੁੰਦੀ ਸੀ। ਗੁਰੂ ਸਾਹਿਬ ਕਥਾ ਕੀਰਤਨ ਕਰਦੇ ਸੀ, ਬਾਣੀ ਦਾ ਪ੍ਰਵਾਹ ਚੱਲਦਾ ਸੀ, ਲੋਕ ਜੋੜ ਮੇਲਾ ਕਰਦੇ ਸੀ। ਇੱਦਾਂ ਜਦੋਂ ਇਹ ਚੱਲੀ ਆ ਰਹੀ ਹੈ ਮੱਸਿਆ, ਸ੍ਰੀ ਤਰਨਤਾਰਨ ਸਾਹਿਬ ਅੱਜ ਦੀ ਥੋੜ੍ਹਾ ਚੱਲ ਰਹੀ, ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤੀ ਹੈ। ਹਰ ਮੱਸਿਆ ਦੇ ਲੱਖਾਂ ਦਾ ਇਕੱਠ ਹੁੰਦਾ ਤਰਨਤਾਰਨ ਸਾਹਿਬ। ਹੁਣ ਵੀ ਜਾ ਕੇ ਤੁਸੀਂ ਦੇਖੋ, ਹਜ਼ਾਰਾਂ ਨਹੀਂ ਲੱਖਾਂ ਸੰਗਤਾਂ ਤਰਨਤਾਰਨ ਸਾਹਿਬ ਇਸ਼ਨਾਨ ਕਰਦੀਆਂ ਸਰੋਵਰ ਦੇ ਵਿੱਚ ਮੱਸਿਆ ਵਾਲੇ।
ਉਨੀਆਂ ਹੀ ਸੰਗਤਾਂ ਦਰਬਾਰ ਸਾਹਿਬ ਵੀ ਕਰਦੀਆਂ, ਲੈਣਾਂ ਲੱਗੀਆਂ ਹੁੰਦੀਆਂ, ਮਤਵਾਰੀ ਨਹੀਂ ਆਉਂਦੀ ਮੱਥਾ ਟੇਕ। ਪੂਰਨਮਾਸ਼ੀ ਵਾਲੇ ਦਿਨ ਵੀ ਉਵੇਂ ਹੀ ਹੁੰਦਾ, ਸੋ ਸੰਗਰਾਂਦ ਨੂੰ ਵੀ ਇਸੇ ਤਰ੍ਹਾਂ ਹੁੰਦਾ, ਤੇ ਸੈਚਰਡੇ ਸੰਡੇ ਨੂੰ ਵੀ ਹੁੰਦਾ। ਗੁਰੂ ਰਾਮਦਾਸ ਦਾ ਦਰਬਾਰ ਬੰਦ ਥੋੜ੍ਹਾ ਕਰ ਦੇਣਾ ਹੁਣ, ਜਿਹੜੇ ਦਿਨ ਸੰਗਤਾਂ ਆਉਂਦੀਆਂ ਆਉਣ ਦਿਓ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਮਹਾਰਾਜ ਦੇ ਕੋਲ ਸੰਗਤਾਂ ਜੁੜਦੀਆਂ ਹੁੰਦੀਆਂ ਸਨ। ਚੌਹਾਂ ਦਿਸ਼ ਕੇ ਨਰ ਹੋਹੇ ਸਕੇਲਾ, ਆ ਸਾਰੇ ਪਾਸਿਆਂ ਦੇ ਲੋਕ ਇਕੱਠੇ ਹੁੰਦੇ ਹਨ ਗੁਰੂ ਕੇ ਪੂਰਬਾਂ ਤੇ। ਚਾਰੋਂ ਸਾਹਿਬਜ਼ਾਦੇ ਪਾਸ, ਮਹਾਰਾਜ ਕੋਲ 4 ਸਾਹਿਬਜ਼ਾਦੇ ਰਹਿ ਗਏ। 5ਵੇਂ ਵੱਡੇ ਸਨ ਬਾਬਾ ਗੁਰਦਿੱਤਾ ਜੀ, ਉਹ ਚਲੇ ਗਏ ਕਰਤਾਰਪੁਰ ਸਾਹਿਬ। ਤੇ 4 ਕਿਹੜੇ ਨੇ? ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ। ਹਾਂਜੀ, ਖਿਲ ਹੈ ਬਿਰਦ ਹੈ ਮਹਿਦ ਪ੍ਰਕਾਸ਼, ਇਹ ਖੇਡ ਦੇ ਜਵਾਨ ਹੋ ਰਹੇ ਨੇ, ਵੱਡੇ ਹੋ ਰਹੇ ਨੇ। ਹਾਂਜੀ, ਕੇਤਕ ਚਿਰਪਿਤ ਕੇ ਡਿਗ ਆਵੈ, ਕਦੀ ਕਦੀ ਪਿਤਾ ਜੀ ਕੋਲ ਆ ਜਾਂਦੇ ਨੇ ਖੇਡਦੇ ਹੋਏ ਸਾਹਿਬਜ਼ਾਦੇ। ਮਿਲ ਬਾਲਕ ਸੰਗ ਖੇਲ ਮਚਾਵੈ, ਫਿਰ ਖੇਡ ਕੇ ਬੱਚਿਆਂ ਨਾਲ ਖੇਡਣ ਲੱਗ ਜਾਂਦੇ ਨੇ, ਕਿਉਂਕਿ ਇਹ ਅਜੇ ਛੋਟੀ ਉਮਰ ਦੇ ਹਨ, ਬਾਲਕ ਹਨ। ਪੁਰ ਕੀ ਬੀਥਨ ਬਿਖੈ ਪਲਾਵੈ, ਸ੍ਰੀ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਖੇਡਦੇ ਹਨ। ਸੰਗਤਾਂ ਬਹੁਤ ਸਤਿਕਾਰ ਕਰਦੀਆਂ, ਜਿੱਧਰ ਸਾਹਿਬਜ਼ਾਦੇ ਜਾਂਦੇ ਆ ਸੰਗਤਾਂ ਹੱਥ ਜੋੜ ਕੇ ਖੜੀਆਂ ਰਹਿੰਦੀਆਂ, ਮਹਾਰਾਜ ਦੇ ਸਾਹਿਬਜ਼ਾਦੇ ਆਏ। ਕੰਚਨ ਭੂਖਨ ਸ਼ਬਦ ਉਠਾਵੈ, ਸੋਨੇ ਦੇ ਗਹਿਣੇ ਪਾਏ ਹੁੰਦੇ ਬਾਬਾ ਅਟਲ ਜੀ ਨੇ, ਬਾਬਾ ਅਣੀ ਰਾਏ ਜੀ ਤੇ ਬਾਬਾ ਸੂਰਜਮਲ ਜੀ, ਬੜੇ ਸੋਹਣੇ ਲੱਗਦੇ ਹਨ। ਸੇਵਕ ਸੰਗ ਸੰਗ ਤਿਨ ਜਾਏ, ਇੱਕ ਇੱਕ ਸੇਵਾਦਾਰ ਘੱਟੋ ਘੱਟ ਤਾਂ ਨਾਲ ਰਹਿੰਦਾ ਹੀ ਹੈ। ਕਈ ਵਾਰੀ 2-2 4-4 ਸੇਵਾਦਾਰ ਵੀ ਨਾਲ ਹੀ ਜਾਂਦੇ। ਜਿੱਥੇ ਬਾਬਾ ਜੀ ਗੁਰਦਿੱਤਾ ਜੀ ਜਾਂਦੇ ਸੀ ਉੱਥੇ ਵੀ, ਜਿੱਥੇ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਉੱਥੇ ਵੀ ਸੇਵਾਦਾਰ ਨਾਲ ਜਾਂਦੇ ਹਨ। ਅਲਪ ਬੈਸ ਤੇ ਰਖ ਚੁਕਸਾਏ, ਛੋਟੀ ਉਮਰ ਹੈ ਇਸ ਕਰਕੇ ਸੇਵਾਦਾਰ ਚੌਕਸੀ ਵੀ ਰੱਖਦੇ ਹਨ, ਕੋਲ ਖਿਆਲ ਰੱਖਦੇ ਹਨ। ਬਨਕ ਸਿੱਖ ਜੇ ਪੁਰ ਕੇ ਬਾਸੀ, ਜਿਹੜੇ ਸ਼ਹਿਰ ਦੇ ਬਾਣੀਏ, ਦੁਕਾਨਦਾਰ, ਕਾਰੋਬਾਰ ਕਰਨ ਵਾਲੇ ਬਿਜ਼ਨਸਮੈਨ ਹਨ, ਤਿਨ ਕੇ ਸਿਸ ਆਵੈ ਨਿਤ ਪਾਸੀ, ਉਹਨਾਂ ਦੇ ਬੱਚੇ ਵੀ ਸਾਹਿਬਜ਼ਾਦਿਆਂ ਦੇ ਕੋਲ ਆ ਕੇ ਖੇਡਦੇ ਹਨ। ਅਟਲ ਰਾਏ ਨਵ ਬਰਖਨ ਕੇਰੇ, ਬਾਬੇ ਅਟਲ ਸਾਹਿਬ ਜੀ ਦੀ ਉਮਰ 9 ਸਾਲ ਦੀ ਹੈ। ਆਪ ਜੀ ਵੀ ਬੱਚਿਆਂ ਨਾਲ ਖੇਡਦੇ ਹਨ। ਫਿਰ ਬੀਥਨ ਮਹਿ ਹਸਤ ਕਨਹਿਰੇ, ਬੜੇ ਹੱਸਦੇ ਖੇਡਦੇ ਹਨ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ। ਸੋ ਸਾਧ ਸੰਗਤ ਜੀ, ਹੁਣ ਬਾਬੇ ਅਟਲ ਜੀ ਦੀ ਕਥਾ ਆਵੇਗੀ, ਆਪਾਂ ਕੱਲ ਦੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ